ਸਵਾਗਤ ਗੱਲਾਂ ਤੇ ਗੀਤ ਵਿੱਚ ਤੁਹਾਡਾ ਸਾਰਿਆਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਦਰਸ਼ਕਾਂ ਦਾ ਨਿੱਘਾ ਸਵਾਗਤ। ਗੱਲਾਂ ਤੇ ਗੀਤ, ਗੱਲਾਂ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਗੀਤ ਸਾਡੀ ਜ਼ਿੰਦਗੀ ਦੇ ਵਿੱਚੋਂ ਹੀ ਨਿਕਲਦੇ ਨੇ, ਕਿਉਂਕਿ ਜ਼ਿੰਦਗੀ ਇੱਕ ਐਸੀ ਖੂਬਸੂਰਤ ਕਵਿਤਾ ਆ ਕਿ ਉਸ ਕਵਿਤਾ ਨੂੰ ਵਾਰ-ਵਾਰ ਗੁਣਗੁਣਾਉਣ ਨੂੰ ਦਿਲ ਕਰਦਾ ਹੈ, ਉਸ ਨੂੰ ਸੁਣਨ ਨੂੰ, ਉਸ ਨੂੰ ਸੁਣਾਉਣ ਨੂੰ ਦਿਲ ਕਰਦਾ ਹੈ। ਤੇ ਅੱਜ ਚਰਨਜੀਤ ਜੋਗੀ ਵੀ ਕਵਿਤਾ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਕਰੇਗਾ ਵੀ ਤੇ ਸੁਣੇਗਾ ਵੀ। ਤੇ ਗੱਲਾਂ ਕਰਨ ਦੇ ਵਾਸਤੇ ਅੱਜ ਸਾਡੇ ਨਾਲ ਗੱਲਾਂ ਤੇ ਗੀਤ ਵਿੱਚ ਸਾਡੇ ਇਸ ਅਜੋਕੇ ਸਮੇਂ ਦੇ, ਆਧੁਨਿਕ ਸਮੇਂ ਦੇ ਉੱਭਰਦੇ ਹੋਏ ਐਸੇ ਸ਼ਾਨਦਾਰ ਕਵੀ ਨੇ ਕਿ ਜਿਨ੍ਹਾਂ ਦੀ ਕਵਿਤਾ ਦੇ ਵਿੱਚ ਸੱਚਮੁੱਚ ਜ਼ਿੰਦਗੀ ਰੁਮਕਦੀ ਹੈ। ਆਓ ਸਭ ਤੋਂ ਪਹਿਲਾਂ ਤੇ ਰਮਨ ਸੰਧੂ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਗੱਲਾਂ ਤੇ ਗੀਤ ਵਿੱਚ। ਨਿੱਘਾ ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋਗੀ ਜੀ, ਤੇ ਜਲੰਧਰ ਦੂਰਦਰਸ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਤਿਕਾਰ ਜੀ। ਗੱਲਾਂ ਬਾਤਾਂ, ਕਿਉਂਕਿ ਅਸੀਂ ਪਹਿਲਾਂ ਕਿਹਾ ਕਿ ਅੱਜ ਕਾਵਮਈ ਹੋਣਗੀਆਂ। ਅਜੋਕੇ ਸਮੇਂ ਦੇ ਵਿੱਚ ਜੋ ਪੰਜਾਬੀ ਕਵਿਤਾ ਦਾ ਜੋ ਚਲਨ ਚੱਲ ਰਿਹਾ, ਜਿਸ ਤਰ੍ਹਾਂ ਦੀ ਉਹਦਾ ਮੂੰਹ ਮਹਾਂਦਰਾ ਹੋ ਗਿਆ, ਉਹਦੀ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ, ਕਿਉਂਕਿ ਤੁਸੀਂ ਆਪ ਖੁਦ ਕਾਵਮਈ ਇਨਸਾਨ ਹੋ, ਤੁਹਾਡੇ ਲਈ ਕਵਿਤਾ ਕੀ ਹੈ? ਕਵਿਤਾ ਜੋਗੀ ਜੀ, ਮੈਂ ਜੇ ਇਹਦਾ ਜਵਾਬ ਸ਼ੇਅਰ ਵਿੱਚ ਦੇਵਾਂ ਤੇ ਕੀ ਬਾਤ। ਮੇਰੀ ਇੱਕ ਗਜ਼ਲ ਹੈ ਕਿ ਮੈਂ ਹਰ ਇੱਕ ਸ਼ੈ ਦੀ ਸੀਰਤ ਦਾ ਹੁਸਨ ਮਹਿਸੂਸ ਕਰਦਾ ਹਾਂ। ਵਾਹ। ਸੂਰਤ ਦਾ ਨਹੀਂ, ਸੀਰਤ। ਮੈਂ ਹਰ ਇੱਕ ਸ਼ੈ ਦੀ ਸੀਰਤ ਦਾ ਹੁਸਨ ਮਹਿਸੂਸ ਕਰਦਾ ਹਾਂ। ਹਮੇਸ਼ਾ ਰਾਖ ਵਿੱਚੋਂ ਵੀ ਅਗਨ ਮਹਿਸੂਸ ਕਰਦਾ ਹਾਂ। ਮੇਰੇ ਕਿਰਦਾਰ ਤੇ ਕੁਝ ਇਸ ਕਦਰ ਭਾਰੀ ਹੈ ਇਕਲਾਪਾ, ਕੋਈ ਰਿਸ਼ਤਾ ਬਣਾਵਾਂ ਤਾਂ ਘੁੱਟਣ ਮਹਿਸੂਸ ਕਰਦਾ ਹਾਂ। ਹੁਣ ਤੁਹਾਡਾ ਜਵਾਬ ਹੈ ਕਿ ਇਹ ਕਵਿਤਾ ਤੇਰਿਆਂ ਨੈਣਾਂ 'ਚ ਜਦ ਵੀ ਬੇਰੁਖੀ ਤੱਕਲਾਂ, ਮੈਂ ਆਪਣੀ ਜ਼ਿੰਦਗੀ ਉੱਤੇ ਕਫਨ ਮਹਿਸੂਸ ਕਰਦਾ ਹਾਂ। ਬਹੁਤ ਖੂਬ। ਸੋ ਮੇਰੇ ਲਈ ਜਿਹੜੀ ਕਵਿਤਾ ਹੈ ਉਹ ਮੇਰੀ ਜ਼ਿੰਦਗੀ ਆ। ਲਫ਼ਜ਼ਾਂ ਨਾਲ ਮੈਨੂੰ ਬਹੁਤ ਮੁਹੱਬਤ ਆ, ਬਹੁਤ ਮੋਹ ਆ। ਸੋ ਇਸ ਕਰਕੇ ਮੈਂ ਨਿਰੰਤਰ ਲਿਖ ਰਿਹਾ ਹਾਂ ਕਵਿਤਾ ਜੀ। ਦੇਖੋ, ਨਿਰੰਤਰ ਤੁਸੀਂ ਕਵਿਤਾ ਲਿਖ ਰਹੇ ਹੋ, ਗਜ਼ਲ ਲਿਖ ਰਹੇ ਹੋ। ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਸਮਾਜ ਦੇ ਲਈ, ਮੇਰੇ ਲਈ, ਰਮਨ ਸੰਧੂ ਦੇ ਨਾਲ ਨਾਲ ਹੋਰ ਬਾਕੀ ਲੋਕਾਂ ਦੀ ਕਵਿਤਾ ਕਿੰਨੀ ਕੁ ਜ਼ਰੂਰੀ ਹੈ? ਜੋਗੀ ਜੀ, ਕਵਿਤਾ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੀ ਆ। ਸਮਾਜ ਨੂੰ ਸੇਧ ਦੇਣ ਲਈ, ਸਿੱਧੇ ਰਸਤੇ ਪਾਉਣ ਲਈ ਸਿਰਫ ਕਵਿਤਾ ਹੀ ਨਹੀਂ, ਸਮੁੱਚਾ ਸਾਹਿਤ, ਚਾਹੇ ਉਹਦੇ 'ਚ ਕਹਾਣੀ ਆ, ਚਾਹੇ ਉਹਦੇ 'ਚ ਨਾਵਲ ਆ, ਵਾਰਤਕ ਆ, ਕੁਝ ਵੀ ਆ, ਕਵਿਤਾ ਆ, ਗਜ਼ਲ ਆ, ਸਮਾਜ ਵਾਸਤੇ ਜਿਹੜਾ ਸਾਹਿਤ ਆ ਬਹੁਤ ਜ਼ਰੂਰੀ ਆ। ਆਪਾਂ ਤੇ ਦੇਖਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਹਨਾਂ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ, ਫਿਰ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਹੋਈ, ਕਵਿਤਾ ਆ ਉਹਦੇ ਵਿੱਚ, ਔਰ ਉਹ ਇੱਕ ਸਿਰਮੌਰ ਕਾਵ ਰਚਨਾ, ਸਿਰਮੌਰ ਕਾਵ ਆ, ਹਨਾ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਹੋਏ, ਫਰੀਦ ਜੀ ਹੋਏ, ਕਬੀਰ ਜੀ ਹੋਏ, ਉਹਨਾਂ ਸਾਰਿਆਂ ਨੇ ਕਵਿਤਾ ਲਿਖੀ ਆ। ਉਹਨੂੰ ਅਸੀਂ ਧਾਰਮਿਕ ਕਵਿਤਾ ਕਹਿ ਸਕਦੇ ਆ। ਉਹ ਸਾਹਿਤ ਆ ਸਾਡੇ ਵਾਸਤੇ, ਉਹ ਸਾਹਿਤ ਆ। ਸੋ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਬਹੁਤ ਜ਼ਰੂਰੀ ਆ। ਜੀ ਹਾਂਜੀ, ਬਿਲਕੁਲ ਜੀ। ਕਿਉਂਕਿ ਸਮਾਜ ਚੰਗੀਆਂ ਕਵਿਤਾਵਾਂ ਤੋਂ, ਗੀਤਾਂ ਤੋਂ, ਗਜ਼ਲਾਂ ਤੋਂ ਸੇਧ ਲੈ ਕੇ ਅੱਗੇ ਵੱਧਦਾ ਹੈ, ਔਰ ਇਸ ਦਾ ਅੱਗੇ ਵਧਣਾ ਤਾਂ ਹੀ ਹੋਵੇਗਾ ਜੇਕਰ ਚੰਗੀ ਸਾਨੂੰ ਕੋਈ ਰਚਨਾ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ ਮਿਲਦੀ ਹੈ। ਤੇ ਜੇਕਰ ਗੱਲ ਕਰੀਏ ਤੁਹਾਡੀ ਆਪਣੀ, ਆਮ ਤੌਰ 'ਤੇ ਜਦੋਂ ਕਿਤੇ ਕੋਈ ਸਾਡੇ ਸੱਟ ਚੋਟ ਲੱਗ ਜਾਂਦੀ ਹੈ, ਅਸੀਂ ਫਿਰ ਉੱਤੇ ਫੈਹਾ ਰੱਖਦੇ ਹਾਂ ਜਾਂ ਪੱਟੀ ਲਪੇਟਦੇ ਹਾਂ, ਕੋਈ ਮਲਮ ਦਵਾ ਕਰਦੇ ਹਾਂ। ਤੁਹਾਡੇ ਸੱਟ ਕਦੋਂ ਲੱਗੀ ਕਿ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ? ਮੈਂ ਜਿਵੇਂ ਆਪਾਂ ਬਹੁਤ ਸਾਰੇ ਲੋਕਾਂ ਨੂੰ ਇਹ ਭਰਮ ਹੁੰਦਾ ਆ ਜਾਂ ਇਹ ਧਾਰਨਾ ਬਣੀ ਆ ਕਿ ਕਵਿਤਾ ਲਿਖਣ ਲਈ ਕੁਝ ਸਪੈਸ਼ਲ ਕੋਈ ਸੱਟ ਲੱਗਣੀ ਚਾਹੀਦੀ ਆ ਜਾਂ ਕੁਛ ਇੱਦਾਂ ਦਾ ਕੁਛ ਹੁੰਦਾ ਨਹੀਂ ਆ। ਕਿਉਂਕਿ ਸ਼ਾਇਰ ਫਿਰ ਦੱਸਦਾ ਨਹੀਂ, ਮੇਰੀ ਲਾਈਨ ਵੀ ਕਿਉਂਕਿ ਟੋਟਲੀ ਡਿਫਰੈਂਟ ਸੀਗੀ। ਮੇਰਾ ਜਿਹੜਾ ਪੇਸ਼ਾ ਸੀਗਾ, ਮੇਰਾ ਪ੍ਰੋਫੈਸ਼ਨ, ਮੈਂ ਸਿਵਲ ਇੰਜੀਨੀਅਰ ਹਾਂ। ਸੋ ਮੈਂ ਬਾਹਰ ਬਹੁਤ ਸਾਰੇ ਦੇਸ਼ਾਂ ਵਿੱਚ ਐਜ਼ ਅ ਪ੍ਰੋਜੈਕਟ ਇੰਜੀਨੀਅਰ, ਸਿਵਲ ਇੰਜੀਨੀਅਰ ਨੌਕਰੀ ਕਰਦਾ ਸੀਗਾ। ਪਰ ਜਦੋਂ ਤੁਸੀਂ ਸਟੱਡੀਜ਼ ਕਰਦੇ ਆ, ਉਦੋਂ ਹੀ ਤੁਹਾਡੇ ਅੰਦਰ ਕਈ ਵਾਰ ਇਹ ਬੀਜ ਜਿਹੜੇ ਪੁੰਗਰਨੇ ਸ਼ੁਰੂ ਹੋ ਜਾਂਦੇ ਆ। ਮੈਂ ਵੀ ਸ਼ਾਇਦ ਉਦੋਂ ਹੀ ਪੜ੍ਹਾਈ ਦੌਰਾਨ ਹੀ ਕੁਝ ਲਿਖਦਾ ਹੋਊਗਾ ਜਾਂ ਲਿਖਦਾ ਸੀ। ਪਰ 2010 ਤੋਂ ਮੈਂ ਉਦੋਂ ਕਤਰ ਵਿੱਚ ਸਿਵਲ ਇੰਜੀਨੀਅਰ ਦੇ ਤੌਰ 'ਤੇ ਜੋਬ ਕਰਦਾ ਸੀਗਾ। ਉਦੋਂ ਮੈਨੂੰ ਜ਼ਿਆਦਾ ਜਿਵੇਂ ਚੇਟਕ ਲੱਗੀ ਲਿਖਣ ਦੀ। ਲਿਖਦਿਆਂ ਫਿਰ ਮੈਂ 2014 ਵਿੱਚ ਮੇਰੀ ਪਹਿਲੀ ਕਿਤਾਬ ਜਿਹੜੀ ਆ ਉਹ ਹੋਂਦ ਵਿੱਚ ਆਈ, ਪਹਿਲੀ ਕਿਤਾਬ ਛਪੀ। ਉਹ ਵੀ ਮੇਰੇ ਬਹੁਤ ਪਿਆਰੇ ਦੋਸਤ ਸੀਗੇ, ਸੁਖਵੰਤ ਚਿੱਤਰਕਾਰ,
ਉਹਨਾਂ ਦੇ ਕਾਰਨ ਹੀ ਹੁਣ ਉਹ ਜਿਸਮਾਨੀ ਤੌਰ ਤੇ ਸਾਡੇ ਵਿੱਚ ਮੌਜੂਦ ਨਹੀਂ ਆ। ਔਰ ਉਹਨਾਂ ਦੇ ਸਰਵਰਕ ਬਣਾਏ ਜਿਹੜੇ ਆ ਉਹਨਾਂ ਨੇ ਉਹ ਸਰਵਰਕ, ਹਾਂ ਲੋਕਾਂ ਦੇ ਚੇਤਿਆਂ 'ਚ ਸੀ। ਚੇਤਿਆਂ 'ਚ ਮੇਰਾ ਪਹਿਲੀ ਕਿਤਾਬ ਦਾ ਸਰਵਰਕ ਵੀ ਉਹਨਾਂ, ਪਹਿਲੀ ਕਿਤਾਬ ਮੇਰੀ ਸੀ ਤਾਂ ਸੁਪਨੇ ਕੀ ਸੋਚਣਗੇ, ਉਹਦਾ ਸਰਵਰਕ ਵੀ ਉਹਨਾਂ ਨੇ ਬਣਾਇਆ ਸੀਗਾ ਜੀ। ਔਰ ਉਹਨਾਂ ਨੇ ਹੀ ਮੈਨੂੰ ਉਤਸ਼ਾਹਿਤ ਕੀਤਾ ਕਿ ਤੂੰ ਵਧੀਆ ਲਿਖਦਾ ਆ, ਤੂੰ ਵਧੀਆ ਲਿਖ ਸਕਦਾ ਆ। ਫਿਰ ਮੈਂ ਉਹਨਾਂ ਦੀ ਹੀ ਮਿਹਨਤ ਕਰਕੇ, ਉਹਨਾਂ ਦੇ ਹੀ ਹੱਲਾਸ਼ੇਰੀ ਨਾਲ ਮੇਰੀ ਪਹਿਲੀ ਕਿਤਾਬ ਜਿਹੜੀ 2014 ਵਿੱਚ ਛਪ ਚੁੱਕੀ ਸੀਗੀ। ਫਿਰ ਉਸ ਤੋਂ ਬਾਅਦ ਮੇਰੀ ਦੂਜੀ ਕਿਤਾਬ ਜਿਹੜੀ ਆ ਸੁਪਨਿਆਂ ਸੰਗ ਸੰਵਾਦ, ਉਹ 2017 ਵਿੱਚ ਛਪੀ। ਪਰ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਉਹ ਕਿਤਾਬ ਮੈਂ ਥੋੜੀ ਜੀ ਜਲਦਬਾਜ਼ੀ 'ਚ, ਜਿਵੇਂ ਦੋਸਤਾਂ ਨੇ ਕਹਿਤਾ ਹੁਣ ਛਪਾਲਾ 3 ਸਾਲ ਹੋ ਗਏ ਆ ਪਹਿਲੀ ਕਿਤਾਬ ਛਪੀ ਨੂੰ, ਤੇ ਮੈਨੂੰ ਕਈ ਵਾਰ ਲੱਗਦਾ ਹੁੰਦਾ ਉਹਦੀਆਂ ਗਜ਼ਲਾਂ ਮੇਰੇ ਮੇਚ ਦੀਆਂ ਨਹੀਂ ਆ ਜਾਂ ਪਰ ਫਿਰ ਵੀ ਉਹ ਕਾਫੀ ਲੋਕਾਂ ਨੇ ਪਸੰਦ ਕੀਤੀ, ਉਹਦੇ ਤੇ ਕਾਫੀ ਲੋਕਾਂ ਨੇ ਪੇਪਰ ਵੀ ਲਿਖੇ। ਤੇ ਤੀਜੀ ਕਿਤਾਬ ਮੇਰੀ ਜਿਹੜੀ ਆ ਉਹ ਬੰਸਰੀ 'ਚ ਕੈਦ ਸੁਰ, ਉਹ ਕਿਤਾਬ ਮੇਰੀ 2021 ਚ ਛਪੀ। ਉਹਨੂੰ ਮਾਨ ਸਨਮਾਨ ਵੀ ਮਿਲੇ, ਉਹ ਕਾਫੀ ਲੋਕਾਂ ਨੇ ਪਸੰਦ ਕੀਤੀ। ਤੇ ਹੁਣ ਜਿਹੜੀ ਚੌਥੀ ਕਿਤਾਬ ਆ ਉਹ ਮੈਂ ਸ਼ਾਇਦ ਅਗਲੇ ਸਾਲ ਜਿਹੜੇ ਪਾਠਕ ਉਹਦੇ ਰੂਬਰੂ ਕਰੂੰਗਾ। ਵਕਫਾ 3 ਸਾਲ ਦਾ ਹੀ ਪਾਉਣੇ ਤੁਸੀਂ? ਵਕਫਾ 3 ਸਾਲ ਦਾ, ਹਾਂਜੀ ਸਾਰੇ ਇਹੀ ਕਹਿੰਦੇ ਵਕਫਾ 3 ਸਾਲ ਦਾ ਹੀ ਪਾਉਣਾ ਹੈ। ਦੇਖੋ ਇਹ ਕੋਈ ਚੱਕਰ ਕੀ ਹੈ? ਹੋਪਫੁਲੀ ਅਗਲੇ ਸਾਲ ਛਪ ਜੂਗੀ ਜੀ। ਕਿਉਂਕਿ ਕਿਤਾਬਾਂ ਦਾ ਜ਼ਿਕਰ ਹੋਇਆ ਔਰ ਸੁਖ ਨਾਲ 3 ਕਿਤਾਬਾਂ ਲਿਖੀਆਂ ਹੋਈਆਂ ਤੇ ਆਉਣ ਵਾਲੀ ਚੌਥੀ ਕਿਤਾਬ ਦੀ ਵੀ ਅਸੀਂ ਉਡੀਕ ਕਰ ਰਹੇ ਹਾਂ। ਤੇ ਸਾਡੇ ਦਰਸ਼ਕ ਇਸ ਵੇਲੇ ਇੱਕ ਕੋਈ ਗਜ਼ਲ ਦੇ ਚੰਦ ਸ਼ੇਅਰਾਂ ਦੀ ਉਡੀਕ ਕਰ ਰਹੇ, ਜੇਕਰ ਉਹ ਵੀ ਸਾਨੂੰ ਸੁਣਾ ਦਿਓ ਨਾਲ ਨਾਲ। ਜਿਵੇਂ ਆਪਾਂ ਸ਼ੁਰੂਆਤੀ ਸ਼ੇਅਰ ਨਾਲ ਕੀਤੀ ਸੀ, ਮੇਰੀ ਗਜ਼ਲ ਹੈ ਕਿ ਹਵਾ ਅੱਜ ਤਲਖ ਡਾਢੀ ਹੈ, ਮੇਰੇ ਬਿਖਰਨ ਦਾ ਡਰ ਮੈਨੂੰ, ਕਲਾਵੇ ਭਰ ਮੇਰੇ ਮਹਿਬੂਬ ਆ ਮਹਿਫੂਜ਼ ਕਰ ਮੈਨੂੰ। ਹਵਾ ਅੱਜ ਤਲਖ ਡਾਢੀ ਹੈ, ਮੇਰੇ ਬਿਖਰਨ ਦਾ ਡਰ ਮੈਨੂੰ, ਕਲਾਵੇ ਭਰ ਮੇਰੇ ਮਹਿਬੂਬ ਆ ਮਹਿਫੂਜ਼ ਕਰ ਮੈਨੂੰ। ਇਹ ਵੱਟੀ ਪੀ ਗਈ ਹੈ ਤੇਲ ਸਾਰਾ ਪੈਰ ਪਹਿਲੇ ਹੀ, ਵਾਹ। ਸੁਬਹ ਤੀਕਰ ਜੇ ਲੋ ਚਾਹੁਣਾ ਇਹ ਕੇਰਾ ਫੇਰ ਪਰ ਮੈਨੂੰ, ਵਾਹ ਬਹੁਤ ਅੱਛਾ, ਬਹੁਤ ਖੂਬ। ਇਹ ਵੱਟੀ ਪੀ ਗਈ ਹੈ ਤੇਲ ਸਾਰਾ ਪੈਰ ਪਹਿਲੇ ਹੀ, ਸੁਬਹ ਤੀਕਰ ਜੇ ਲੋ ਚਾਹੁਣਾ ਕੇਰਾ ਫੇਰ ਪਰ ਮੈਨੂੰ। ਮੇਰੇ ਪੈਰਾਂ ਦੀ ਰਾਹਾਂ ਨਾਲ ਯਾਰੀ ਕੰਮ ਆਉਂਦੀ ਹੈ, ਪਨਾਹ ਦਿੰਦੀ ਹੈ ਭਟਕਣ ਜਦ ਘਰੋਂ ਕੱਢਦਾ ਹੈ ਘਰ ਮੈਨੂੰ। ਆਹਾ ਬਹੁਤ ਖੂਬ, ਬਹੁਤ ਖੂਬ। ਮੇਰੇ ਪੈਰਾਂ ਦੀ ਰਾਹਾਂ ਨਾਲ ਯਾਰੀ ਕੰਮ ਆਉਂਦੀ ਹੈ, ਘਰੋਂ ਪਨਾਹ ਦਿੰਦੀ ਹੈ ਭਟਕਣ ਜਦ ਘਰੋਂ ਕੱਢਦਾ ਹੈ ਘਰ ਮੈਨੂੰ। ਉਹਦੇ ਮਤਲਬ ਦੀ ਪੁਸਤਕ ਹਾਂ ਉਹਨੇ ਵਰਕੇ ਨਹੀਂ ਫੋਲੇ, ਫਕਤ ਸਰਲੇਖ ਪੜ੍ਹ ਕੇ ਰੈਕ ਤੇ ਦਿੱਤਾ ਹੈ ਧਰ ਮੈਨੂੰ। ਕੀ ਬਾਤ ਹੈ ਜੀ। ਇੱਕ ਦਾ ਆਖਰੀ ਸ਼ੇਰ ਹੈ ਕਿ ਜੀ, ਤੇਰੀ ਤਜਵੀਜ਼ ਸੁਣ ਕੇ ਮੈਂ ਜ਼ਰਾ ਸਦਮੇ ਚ ਹਾਂ ਕੱਲ ਦਾ। ਅੱਛਾ, ਤੇਰੀ ਤਜਵੀਜ਼ ਸੁਣ ਕੇ ਮੈਂ ਜ਼ਰਾ ਸਦਮੇ ਚ ਹਾਂ ਕੱਲ ਦਾ, ਮੁਹੱਬਤ ਤੇ ਤੇਰਾ ਹੱਕ ਹੈ ਤੂੰ ਕਰ ਸਕਦਾ ਮਗਰ ਮੈਨੂੰ। ਵਾਹ ਬਹੁਤ ਅੱਛਾ, ਬਹੁਤ ਅੱਛਾ, ਬਹੁਤ ਖੂਬ। ਔਰ ਕਿਉਂਕਿ ਅਸੀਂ ਅੱਜ ਜਿਹੜੀ ਆ ਉਹ ਰਮਨ ਸੰਧੂ ਨਾਂ ਦੀ ਜਿਹੜੀ ਕਿਤਾਬ ਆ ਉਹ ਅਸੀਂ ਫੜ ਕੇ ਰੈਕ ਤੇ ਧਰਨੀ ਨਹੀਂ ਹੈ, ਵਰਕਾ ਦਰ ਵਰਕਾ ਅਸੀਂ ਉਹ ਪੜ੍ਹਨੀ ਚਾਹੁੰਦੇ ਆ। ਔਰ ਕਿਉਂਕਿ ਤੁਸੀਂ ਦੱਸਦੇ ਸੀ ਕਿ ਤੁਹਾਡਾ ਕਿੱਤਾ ਜਿਹੜਾ ਉਹ ਸਾਹਿਤ ਦੇ ਨਾਲ ਨਹੀਂ ਸੀ ਜੁੜਿਆ ਹੋਇਆ। ਹਾਂਜੀ ਹਾਂ। ਔਰ ਦੂਰ ਦੂਰ ਤੱਕ ਉਹਦਾ ਕੋਈ ਵਾਹ ਵਾਸਤਾ ਨਹੀਂ ਸੀਗਾ, ਫਿਰ ਵੀ ਕਵਿਤਾ ਅੰਦਰੋਂ ਪੁੰਗਰੀ ਹੈ। ਹਾਂਜੀ, ਅਸਲ ਵਿੱਚ ਲਫ਼ਜ਼ ਤੇ ਅੰਦਰੋਂ ਹੀ ਪੁੰਗਰਦੇ ਨੇ। ਬਿਲਕੁਲ ਹਾਂਜੀ। ਔਰ ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਹਰ ਇੱਕ ਚੀਜ਼ ਦੇ ਵਾਸਤੇ ਕੋਈ ਨਾ ਕੋਈ ਸਿਖਲਾਈ, ਟ੍ਰੇਨਿੰਗ, ਉਸਤਾਦੀ ਸ਼ਾਗਿਰਦੀ ਹੁੰਦੀ ਹੈ, ਜਾਂ ਬੰਦਾ ਫਿਰ ਕਿਸੇ ਨੂੰ ਮਨ ਹੀ ਮਨ ਦੇ ਵਿੱਚ ਆਪਣਾ ਉਸਤਾਦ ਧਾਰ ਲੈਂਦਾ। ਇੱਦਾਂ ਹੋਈ ਰਮਨ ਸੰਧੂ ਹੋਣਾ ਦੇ ਨਾਲ? ਮਸਲਾ ਕੀ ਹੁੰਦਾ ਕਿ ਜਿਹੜੀ ਕਵਿਤਾ ਲਿਖਣੀ ਆ ਨਾ, ਕਵਿਤਾ ਵਾਸਤੇ ਤੇ ਤੁਹਾਨੂੰ ਜ਼ਿਆਦਾ ਇਹ ਸ਼ਾਗਿਰਦ ਜਾਂ ਵਗੈਰਾ, ਹਾਲਾਂਕਿ ਮੈਂ ਇਹਦੇ ਤੇ ਜ਼ਿਆਦਾ ਭਰੋਸਾ ਜਾਂ ਟਰਸਟ ਨਹੀਂ ਕਰਦਾ, ਪਰ ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਗਜ਼ਲ ਲਿਖਣ ਵਾਸਤੇ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਆ। ਕਿਉਂਕਿ ਗਜ਼ਲ ਦੇ ਵਿੱਚ ਕਵਿਤਾ ਵਾਂਗੂ ਤੁਹਾਨੂੰ ਬਹੁਤ ਸਾਰੀਆਂ ਛੋਟਾਂ ਨਹੀਂ ਹੁੰਦੀਆਂ ਜੀ। ਤੁਹਾਨੂੰ ਬੈਰ ਸਿੱਖਣੀ ਪੈਂਦੀ ਆ, ਅਰੂਜ਼ ਪਿੰਗਲ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ। ਲੇਕਿਨ ਉਹ ਕਿਤਾਬਾਂ ਪੜ੍ਹ ਕੇ ਆਉਂਦੀ ਨਹੀਂ। ਕਿਤਾਬਾਂ ਪੜ੍ਹ ਕੇ ਜਦੋਂ ਆਪਾਂ ਬੈਰ ਦੀ ਨਾਲ ਰਿਲੇਟਡ ਕੋਈ ਕਿਤਾਬ ਪੜ੍ਹਦੇ ਆ ਜਾਂ ਪਿੰਗਲ ਦੀ ਕੋਈ ਕਿਤਾਬ ਪੜ੍ਹਦੇ ਆ, ਤੇ ਜਿਹੜਾ ਨਵਾਂ ਸ਼ਾਇਰ ਜਿਹੜਾ ਲਿਖਣਾ ਚਾਹੁੰਦਾ ਆ ਉਹ ਉਹਨਾਂ ਸ਼ਬਦਾਂ ਵਿੱਚ ਉਲਝ ਕੇ ਰਹਿ ਜਾਂਦਾ, ਫਸ ਜਾਂਦਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਕੰਨਾ ਕਿੱਥੇ ਗਰਾਉਣਾ ਆ ਜਾਂ ਸਿਹਾਰੀ ਕਿੱਥੇ ਆ ਜਾਂ ਬੈਰ ਦਾ ਅਰਥ ਕੀ ਆ ਜਾਂ ਕਿੱਥੇ ਕਿਹੜਾ ਸ਼ਬਦ ਆਪਾਂ ਨਹੀਂ ਲਾ ਸਕਦੇ। ਕਈ ਕੁਝ ਸ਼ਬਦ ਇੱਦਾਂ ਦੇ ਹੁੰਦੇ ਆ ਕਿ ਉਹ
ਜਿਵੇਂ ਬਹਿਰ ਵਿੱਚ ਅਸੀਂ ਉਹਨੂੰ ਬੰਨ੍ਹ ਦਿੰਦੇ ਆ ਪਰ ਉਹ ਵੱਜਦਾ ਨਹੀਂ ਹੁੰਦਾ ਉਹ ਜਿਵੇਂ 3 ਅੱਖਰਾਂ ਦੇ ਸ਼ਬਦਾਂ ਦਾ ਬਹੁਤ ਇੱਥੇ ਗੁੰਝਲ ਹੁੰਦੀ ਆ ਕਿ ਉਹ ਕਿੱਥੇ ਤੁਸੀਂ ਬੰਨ੍ਹ ਸਕਦੇ ਆ ਕਿੱਥੇ ਨਹੀਂ ਬੰਨ੍ਹ ਸਕਦੇ ਜੀ। ਸੋ ਗਜ਼ਲ ਲਿਖਣ ਲਈ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਆ। ਕਵਿਤਾ ਲਿਖਣ ਲਈ ਜ਼ਿਆਦਾ ਸਿੱਖਣ ਦੀ ਲੋੜ ਨਹੀਂ ਆ, ਪਰ ਉਹ ਵੀ ਜੇ ਤੁਸੀਂ ਆਪਣੇ ਕਿਸੇ ਸੀਨੀਅਰ ਕਵੀ ਨੂੰ ਜੇ ਦਿਖਾ ਲਓ ਕਵਿਤਾ ਲਿਖ ਕੇ ਕਿ ਕਿਹੜੇ ਸ਼ਬਦ ਦਾ ਕਿਹੜਾ ਅਰਥ ਕਿੱਥੇ ਆ, ਤੇ ਉਹ ਜ਼ਿਆਦਾ ਵਧੀਆ ਹੋਊਗਾ। ਬਿਲਕੁਲ ਜੀ। ਔਰ ਜੇਕਰ ਤੁਸੀਂ ਆਪਣੇ ਖੇਤਰ ਦੇ ਵਿੱਚ ਕਿਸੇ ਦੇ ਵਿੱਚ ਵੀ ਵਿਚਰਦੇ ਹੋਵੋ, ਕਿਸੇ ਦੀ ਕੋਈ ਸਲਾਹ ਮਸ਼ਵਰਾ ਲੈ ਲਓ, ਬਿਲਕੁਲ, ਤੇ ਤੁਹਾਡਾ ਹੁਨਰ ਨਿਖਰਦਾ ਹੀ ਹੈ। ਬਿਲਕੁਲ ਸਹੀ ਆ, ਉਹਦੇ ਵਿੱਚ ਕੋਈ ਨਹੀਂ ਹੋਣਾ ਚਾਹੀਦਾ। ਪਰ ਜੇਕਰ ਅਸੀਂ ਅੱਜ ਦੇ ਇਸ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ, ਅਜੋਕੇ ਸਮੇਂ ਦੇ ਵਿੱਚ ਵੀ ਬਹੁਤ ਕੁਝ ਰਚਿਆ ਜਾ ਰਿਹਾ। ਇੱਥੇ ਸਾਹਿਤ ਦੀ ਕਮੀ ਕੋਈ ਨਹੀਂ ਹੈ, ਸਾਹਿਤ ਰਚਿਆ ਜਾ ਰਿਹਾ। ਪਰ ਅਜੋਕੇ ਸਮੇਂ ਦੇ ਵਿੱਚ ਸਾਹਿਤ ਕਿਹੋ ਜਿਹਾ ਰਚਿਆ ਜਾ ਰਿਹਾ, ਕਿਹੋ ਜਿਹੀ ਕਵਿਤਾ ਆ ਰਹੀ ਹੈ, ਕਿਹੋ ਜਿਹੀ ਗਜ਼ਲ ਲਿਖੀ ਜਾ ਰਹੀ ਹੈ, ਕਿਹੋ ਜਿਹੇ ਗੀਤ ਲਿਖੇ ਜਾ ਰਹੇ ਨੇ, ਸਾਹਿਤ ਦਾ ਇਸ ਸਮੇਂ ਅਜੋਕੇ ਸਮੇਂ ਦੇ ਵਿੱਚ ਮੂੰਹ ਮਹਾਂਦਰਾ ਕਿਹੋ ਜਿਹਾ? ਪੰਜਾਬੀ ਸਾਹਿਤ ਬਹੁਤ ਅਮੀਰ ਆ। ਕੁਝ ਲੋਕਾਂ ਦੀ ਧਾਰਨਾ ਹੈ ਕਿ ਜਦੋਂ ਦਾ ਸੋਸ਼ਲ ਮੀਡੀਆ ਆਇਆ ਆ ਕੱਚੀਆਂ ਕਵਿਤਾਵਾਂ ਕੱਚੀਆਂ ਗਜ਼ਲਾਂ ਲਿਖੀਆਂ ਜਾ ਰਹੀਆਂ। ਮੈਂ ਇਸ ਗੱਲ ਨੂੰ ਪੋਜ਼ਿਟਿਵ ਲੈਣਾ। ਜੇ ਇੱਕ ਹਫ਼ਤੇ 'ਚ ਜਾਂ ਇੱਕ ਮਹੀਨੇ 'ਚ 100 ਕਿਤਾਬ ਛਪਦੀ ਆ ਮੰਨ ਲਓ, ਤੇ ਉਹਦੇ 'ਚੋਂ 50 ਕਿਤਾਬਾਂ ਠੀਕ ਹੁੰਦੀਆਂ, 50 ਵਿੱਚੋਂ 25 ਕਿਤਾਬਾਂ ਚੰਗੀਆਂ ਵੀ ਹੋ ਸਕਦੀਆਂ, 25 ਵਿੱਚੋਂ 5 ਕਿਤਾਬਾਂ ਬਹੁਤ ਚੰਗੀਆਂ ਵੀ ਹੋ ਸਕਦੀਆਂ। ਸੋ ਮੈਨੂੰ ਸਿਰਫ ਗਿਲਾ ਜਿਹੜਾ ਉਹ ਪ੍ਰਕਾਸ਼ਕਾਂ ਤੇ ਇਹ ਹੁੰਦਾ ਆ ਕਿ ਕੰਟੈਂਟ ਉਹ ਦੇਖਦੇ ਨਹੀਂ ਆ ਕਿ ਉਹਨਾਂ ਦੀ ਜਾਂ ਮਜਬੂਰੀ ਆ, ਉਹਨਾਂ ਨੇ ਘਰ ਵੀ ਚਲਾਉਣੇ ਹੁੰਦੇ ਆ ਕਿ ਉਹ ਪੈਸੇ ਲੈ ਕੇ ਤੇ ਕਿਤਾਬਾਂ ਧੜ ਛਾਪੀ ਜਾ ਰਹੇ ਆ। ਪਰ ਉਹ ਜਦੋਂ ਆਪਾਂ ਕੰਟੈਂਟ ਦੇਖਦੇ ਆ ਕਿ ਹਲਕਾ ਕੰਟੈਂਟ ਇਜ਼ ਅ ਡਿਫਰੈਂਟ ਥਿੰਗ। ਗਲਤੀਆਂ ਬਹੁਤ ਆ, ਉਹਦੀ ਪ੍ਰੂਫ ਰੀਡਿੰਗ ਪ੍ਰੋਪਰ ਨਹੀਂ ਕੀਤੀ। ਕਈ ਵਾਰ ਦੇਖੀ ਤਾਂ ਆਪਾਂ ਸਿਰਲੇਖ ਵੀ ਗਲਤ ਲਿਖਿਆ ਹੁੰਦਾ ਜੀ। ਸੋ ਸਾਹਿਤ ਬਹੁਤ ਵਧੀਆ ਲਿਖਿਆ ਜਾ ਰਿਹਾ। ਤੁਸੀਂ ਜੇ ਕਵਿਤਾ ਪੜ੍ਹੋਗੇ, ਗਜ਼ਲ ਦੇ ਵਿੱਚ ਬਹੁਤ ਸੋਹਣੇ ਜਿਹੜੀ ਸਾਡੇ ਤੋਂ ਬਾਅਦ ਵਾਲੀ ਪੀੜ੍ਹੀ ਆ, ਉਹਦੇ 'ਚ ਮੈਂ 5-4 ਨਾਮ ਜਿਹੜੇ ਬਹੁਤ ਵਧੀਆ ਗਜ਼ਲ ਲਿਖਣ ਵਾਲੇ, ਸੁਖਦੀਪ ਔਜਲਾ ਆ ਮੁੰਡਾ ਪਟਿਆਲੇ ਤੋਂ, ਗੁਜੰਟ ਰਾਜੇਆਣਾ ਆ ਬਹੁਤ ਵਧੀਆ ਗਜ਼ਲ ਲਿਖ ਰਹੇ ਆ, ਤਲਵਿੰਦਰ ਸ਼ੇਰਗਿੱਲ ਆ ਬਹੁਤ ਵਧੀਆ ਗਜ਼ਲ ਹੈ। ਕਵਿਤਾ ਦੇ ਵਿੱਚੋਂ ਜੇ ਆਪਾਂ ਤਨਵੀਰ ਗੁਰਪ੍ਰੀਤ ਤੋਂ ਬਾਅਦ ਦੀ ਪੀੜ੍ਹੀ ਦੇਖਦੇ ਹਾਂ, ਸਰਬਜੀਤ ਜੱਸ ਆ, ਉਹਦੀ ਪਿੱਛੇ ਜੇ ਕਿਤਾਬ ਆਈ ਸੀ ਤਾਮ ਜੀ, ਬਹੁਤ ਸ਼ਾਨਦਾਰ ਕਿਤਾਬ ਸੀ, ਇਨਾਮ ਸਨਮਾਨ ਵੀ ਉਸ ਮਿਲਿਆ ਸੀਗਾ। ਜਗਦੀਪ ਸਿੱਧੂ ਆ, ਉਹਦੀ ਪਿੱਛੇ ਜੇ ਹੁਣ ਕਿਤਾਬ ਮੈਂ ਜੇ ਪੜ੍ਹਦਾ ਹੀ ਪਿਆ ਥੋੜ੍ਹੀ ਜਿਹੀ, ਪੌੜੀਆਂ ਉਤਰਦੀ ਛਾਂ, ਬਹੁਤ ਕਮਾਲ ਦੀ ਕਵਿਤਾ ਆ। ਪੰਜਾਬੀ ਸਾਹਿਤ ਜੇ ਉਚਾਈ ਵੱਲ ਨਹੀਂ ਆ ਤੇ ਨਿਮਾਣ ਵੱਲ ਬਣੀ ਆ। ਜੇ ਡਾਕਟਰ ਜਗਤਾਰ ਹੋਣਾ ਤੋਂ ਬਾਅਦ, ਸੁਰਜੀਤ ਪਾਤਰ ਹੋਣਾ ਤੋਂ ਬਾਅਦ, ਜੇ ਆਪਾਂ ਦੇਖੀਏ ਗੁਰਤੇਜ ਕੌਰ ਵਾਲਾ, ਵਿਜੇ ਵਿਵੇਕ ਹੋਣਾ ਤੋਂ ਬਾਅਦ, ਜੇ ਆਪਾਂ ਦੇਖੀਏ ਕਿ ਉਸ ਤੋਂ ਉੱਪਰ ਨਹੀਂ ਗਜ਼ਲ ਗਈ ਤੇ ਉਸ ਤੋਂ ਹੇਠਾਂ ਵੀ ਨਹੀਂ ਗਈ, ਬਰਾਬਰ ਚੱਲ ਰਹੀ ਆ। ਮੁੰਡੇ ਬਹੁਤ ਸੋਹਣੀ ਸਿਰਜਣਾ ਕਰ ਰਹੇ ਆ, ਚਾਹੇ ਉਹ ਕਵਿਤਾ ਆ ਚਾਹੇ ਉਹ ਗਜ਼ਲ ਆ। ਸਾਹਿਤ ਬਹੁਤ ਅਮੀਰ ਆ, ਪੰਜਾਬੀ ਸਾਹਿਤ ਬਹੁਤ ਅਮੀਰ ਆ ਜੀ। ਇਸ ਅਮੀਰ ਪੰਜਾਬੀ ਸਾਹਿਤ ਦੇ ਵਿੱਚੋਂ ਗਜ਼ਲ ਦੀ ਵਿਧਾ ਦੇ ਉੱਪਰ ਤੁਸੀਂ ਹੱਥ ਅਜ਼ਮਾਉਂਦੇ ਹੋ। ਹਾਂਜੀ ਹਾਂ। ਤੇ ਅਸੀਂ ਆਪਣੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਚਾਹੁੰਦੇ ਕਿ ਇੱਕ ਗਜ਼ਲ ਦੇ ਸ਼ੇਰ ਕੋਈ ਹੋਰ ਹੋ ਜਾਣਾ। ਇੱਕ ਗਜ਼ਲ ਦਾ ਮਤਲਬ ਸੀਗਾ ਕਿ ਜੀ ਇਰਸ਼ਾਦ। ਲੈ ਆਖਰ ਹੋ ਗਿਆ ਬਾਗੀ, ਉਹਦੇ ਹੁਕਮਾਂ ਤੇ ਚੱਲਦਾ ਮੈਂ। ਲੈ ਆਖਰ ਹੋ ਗਿਆ ਬਾਗੀ, ਉਹਦੇ ਹੁਕਮਾਂ ਤੇ ਚੱਲਦਾ ਮੈਂ। ਮੁਕੱਦਰ ਸੀ, ਮੁਕੱਦਰ ਸਾਹਮਣੇ ਕਿੰਨਾ ਕੁ ਝੁਕਦਾ ਮੈਂ। ਵਾਹ, ਬਹੁਤ ਅੱਛਾ। ਲੈ ਆਖਰ ਹੋ ਗਿਆ ਬਾਗੀ, ਉਹਦੇ ਹੁਕਮਾਂ ਤੇ ਚੱਲਦਾ ਮੈਂ। ਮੁਕੱਦਰ ਸੀ, ਮੁਕੱਦਰ ਸਾਹਮਣੇ ਕਿੰਨਾ ਕੁ ਝੁਕਦਾ ਮੈਂ। ਇਹਦੇ 'ਚ ਇੱਕ ਸ਼ੇਰ ਦੇਖਿਓਗੇ ਜੀ। ਤੇਰੇ ਪਰਤਨ ਦੇ ਦਾਅਵੇ ਤੇ ਜੇ ਭੋਰਾ ਵੀ ਯਕੀਨ ਹੁੰਦਾ, ਚਿਰਾਗਾਂ ਦੀ ਜਗ੍ਹਾ ਸਰਦਲ ਤੇ ਸਾਰੀ ਰਾਤ ਜਗਦਾ ਮੈਂ। ਵਾਹ, ਬਹੁਤ ਅੱਛਾ, ਬਹੁਤ ਅੱਛਾ। ਤੇਰੇ ਪਰਤਨ ਦੇ ਦਾਅਵੇ ਤੇ ਜੇ ਭੋਰਾ ਵੀ ਯਕੀਨ ਹੁੰਦਾ, ਚਿਰਾਗਾਂ ਦੀ ਜਗ੍ਹਾ ਸਰਦਲ ਤੇ ਸਾਰੀ ਰਾਤ ਜਗਦਾ ਮੈਂ। ਮੇਰਾ ਕੋਨੇ ਤੋਂ ਭੁਰ ਜਾਣਾ ਮੇਰੀ ਖਾਹਿਸ਼ ਦੀ ਹੇਠੀ ਹੈ। ਤੇਰੀ ਠੋਕਰ 'ਚ ਦਮ ਹੁੰਦਾ ਤਾਂ ਸ਼ਿੱਦਤ ਨਾਲ ਟੁੱਟਦਾ ਮੈਂ। ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਅੱਛਾ। ਇਦਾਂ ਦੇ ਨਹੀਂ, ਬਹੁਤ ਸਾਨੂੰ ਲੁਤਫ ਆ ਰਿਹਾ। ਥੈਂਕ ਯੂ ਸੋ ਮਚ। ਕਿਉਂਕਿ ਅਸੀਂ ਇਸ ਅੱਜ ਦੀ ਇਸ ਜਿਹੜੀ ਗੱਲਬਾਤ ਵਿੱਚ ਜਿੱਥੇ ਇਹ ਗੱਲ ਸਾਡੀ ਕਾਵਮਈ ਹੈ, ਉੱਥੇ ਸਾਨੂੰ ਅੰਦਰੋਂ ਅੰਦਰੀ ਆਪਣੇ ਆਪ ਦੇ ਵਿੱਚ ਇਹਨਾਂ ਲਫ਼ਜ਼ਾਂ ਦੇ ਵਿੱਚ ਛਣਕਦੇ ਹੋਏ ਘੁੰਗਰੂ ਵੀ, ਉਹ ਇੱਕ ਵੱਖਰੀ ਕਿਸਮ ਦੀ ਇੱਕ ਤਰਜ਼ ਵੀ ਸਾਨੂੰ ਸੁਣਾਈ ਦੇ ਰਹੀ ਹੈ। ਤੇ ਗੱਲ ਮੈਂ ਹੁਣ ਉੱਥੇ ਲੈ ਕੇ ਆਉਣ ਲੱਗਾ ਜੋ ਕਿਤਾਬਾਂ ਦੇ ਛਪਣ ਤੇ। ਹਾਂਜੀ। ਵਿਦੇਸ਼ਾਂ ਦੇ ਵਿੱਚ ਜਿਹੜੇ ਪਬਲਿਸ਼ਰ ਆ, ਉਹਨਾਂ ਨੇ ਆਪਣੀ ਇੱਕ ਐਡੀਟਰਸ ਦੀ ਇੱਕ ਟੀਮ ਬਣਾਈ ਹੁੰਦੀ ਹੈ। ਬਿਲਕੁਲ। ਜਦੋਂ ਖਰੜਾ ਉਹਨਾਂ ਦੇ ਕੋਲ ਜਾਂਦਾ ਹੈ, ਉਹ ਟੀਮ ਸਾਰੀ ਪੜ੍ਹਦੀ ਹੈ ਬਕਾਇਦਾ ਥਰੂ ਚੈਨਲ। ਉਹ ਐਡੀਟਰਸ ਦੇ ਕੋਲ ਕਿਤਾਬ ਦਾ ਖਰੜਾ ਘੁੰਮਦਾ ਹੈ। ਜਦੋਂ ਉਹਨਾਂ ਦੇ ਵਿੱਚੋਂ ਕੋਈ ਇੱਕ ਬੰਦਾ ਵੀ ਕਹਿ ਦੇਵੇ ਕਿ ਨਹੀਂ ਇਹ ਛਪਣ ਦੇ ਲਾਇਕ ਨਹੀਂ, ਉਹ ਕਿਤਾਬ ਛਪਦੀ ਨਹੀਂ। ਸਾਡੇ ਇੱਥੇ ਕੀ ਹੁੰਦਾ ਹੈ, ਪ੍ਰਕਾਸ਼ਕ ਬੈਠੇ ਨੇ,
ਮੂੰਹ ਖੁੱਲ੍ਹੇ ਨੇ ਉਹਨਾਂ ਦੇ। ਲੇਖਕ ਆਉਂਦਾ ਆਪਣੀ ਜੇਬ ਦੇ ਵਿੱਚੋਂ ਪੈਸੇ ਦਿੰਦਾ, ਕਿਤਾਬ ਛਪਵਾ ਲੈਂਦਾ। ਤੁਹਾਨੂੰ ਲੱਗਦਾ ਕਿ ਸ਼ਾਇਦ ਇਸੇ ਕਰਕੇ ਹੀ, ਇਸ ਖੁੱਲ੍ਹ ਕਰਕੇ ਹੀ, ਇਸ ਲੁੱਟ ਕਰਕੇ ਹੀ ਬਹੁਤ ਸਾਰਾ, ਜਿਵੇਂ ਤੁਸੀਂ 100 ਕਿਤਾਬਾਂ ਦੀ ਗੱਲ ਕੀਤੀ, ਉਹਨਾਂ ਦੇ ਵਿੱਚੋਂ 5 ਇਸੇ ਕਰਕੇ ਸਰਬੋਤਮ ਤੁਸੀਂ ਕੱਢਦੇ ਹੋ? ਮੈਂ ਇਹੀ ਗੱਲ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ, ਕਿਉਂਕਿ ਇੱਥੇ ਇੱਦਾਂ ਹੁੰਦਾ ਆ ਕਿ ਇੱਥੇ ਜਿਹਨੂੰ 5-4 ਕਵਿਤਾਵਾਂ ਲਿਖ ਲਈਆਂ ਨਾ, ਉਹਨੂੰ ਪਬਲਿਸ਼ਰ ਦੇ ਹੀ ਬੰਦੇ ਕੁਝ ਜਾਂ ਜਿਹੜੀਆਂ ਧੜੇਬਾਜ਼ੀਆਂ ਵਾਲੇ ਬੰਦੇ ਹੁੰਦੇ ਆ, ਉਹ ਉਹਨੂੰ ਫੋਰਸ ਕਰਨਾ ਸ਼ੁਰੂ ਕਰ ਦਿੰਦੇ ਕਿ ਤੂੰ ਕਿਤਾਬ ਛਪਾ, ਤੂੰ ਕਿਤਾਬ ਛਪਾ, ਹੈ ਨਾ। ਹੁਣ ਕੀ ਹੁੰਦਾ, ਪਬਲਿਸ਼ਰ ਨੇ ਕੀ ਕਰਨਾ ਆ, 1-2-4 ਪਬਲਿਸ਼ਰ ਛੱਡ ਕੇ ਸਾਰੇ ਨਹੀਂ, ਕਿਉਂਕਿ ਪਬਲਿਸ਼ਰ ਬਣਨਾ ਬਹੁਤ ਆਸਾਨ ਕੰਮ ਆ। ਆਸਾਨ ਇੱਦਾਂ ਕਿ ਤੁਸੀਂ ਲੇਖਕ ਕੋਲੋਂ ਪੈਸੇ ਲੈਣੇ ਆ ਜੀ, ਤੇ ਜਿੰਨੇ ਦੀ ਕਿਤਾਬ ਛਪ ਗਈ ਉਹ ਕਿਤਾਬ ਛਾਪ ਕੇ ਉਹਨੂੰ ਫੜਾ ਦੇਣੀ ਆ, ਤੇ ਜਿੰਨੇ ਪੈਸੇ ਬਚੇ ਉਹ ਤੁਹਾਡੇ ਆ। ਇਹ ਕੋਈ ਔਖਾ ਕੰਮ ਨਹੀਂ ਹੈ, ਤੁਸੀਂ ਬਣ ਸਕਦੇ, ਮੈਂ ਵੀ ਬਣ ਸਕਦਾ ਜੀ। ਮਸਲਾ ਉੱਥੇ ਖੜਾ ਹੁੰਦਾ ਹੈ ਕਿ ਤੁਸੀਂ ਜਦੋਂ ਕਿਤਾਬ ਕੋਈ ਤੁਹਾਡੇ ਕੋਲ ਲੈ ਕੇ ਆਉਂਦਾ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਪੋਇਟ ਨੂੰ ਜਾਂ ਲੇਖਕ ਨੂੰ ਪੈਸੇ ਪਬਲਿਸ਼ਰ ਦਿੰਦਾ ਸੀ। ਅੱਜ ਤੱਕ ਵੀ ਰਾਇਲਟੀ ਉਹਨੂੰ ਕਹਿੰਦੇ, ਕਿ ਅੱਜ ਤੱਕ ਵੀ ਉਹ ਕਈ ਵਾਰ ਉਹ 50 ਸਾਲ ਪਹਿਲਾਂ ਜਿਹੜੀ ਕਿਤਾਬ ਛਪੀ ਉਹਦੀ ਰਾਇਲਟੀ ਅੱਜ ਵੀ ਜਦੋਂ ਕੋਈ ਨਵਾਂ ਐਡੀਸ਼ਨ ਛਪਦਾ ਤੇ ਉਹਨੂੰ ਮਿਲਦੀ ਆ। ਹੁਣ ਕੀ ਹੋ ਗਿਆ ਕਿ ਉਦੋਂ ਪਬਲਿਸ਼ਰ ਘੱਟ ਸੀਗੇ, ਹੁਣ ਪਬਲਿਸ਼ਰ ਬਹੁਤ ਜ਼ਿਆਦਾ ਆ ਜੀ, ਕਵੀ ਵੀ ਬਹੁਤ ਜ਼ਿਆਦਾ ਆ, ਲੇਖਕ ਵੀ ਬਹੁਤ ਜ਼ਿਆਦਾ। ਹੁਣ ਕੀ ਹੁੰਦਾ ਕਿ ਕੰਟੈਂਟ ਤੇ ਕੋਈ ਧਿਆਨ ਦਿੰਦਾ ਨਹੀਂ। ਹੁਣ ਉਹ ਦੇਖਦੇ ਆ ਕਿ ਮੈਟਰ ਆ ਗਿਆ, 70-80 ਪੇਜ ਦੀ ਕਿਤਾਬ ਬਣਦੀ ਆ, ਇੰਨੇ ਪੈਸੇ ਲੱਗਣੇ ਆ, ਇੰਨੀ ਕਾਪੀ ਤੈਨੂੰ ਦਵਾਂਗੇ, ਛਾਪ ਕੇ ਉਹਦੇ ਹੱਥ 'ਚ ਫੜਾ ਦਿੰਦੇ ਆ। ਉਹ ਲੇਖਕ ਖੁਦ ਹੀ ਇੱਕ ਤੇ ਪੈਸੇ ਲਾ ਕੇ ਕਿਤਾਬ ਛਾਪਦਾ ਆ, ਫਿਰ ਉਹ ਖੁਦ ਹੀ ਟਿਕਟ ਲਾ ਕੇ ਕਿਤਾਬਾਂ ਲੋਕਾਂ ਨੂੰ ਵੰਡਦਾ ਹੈ, ਹਨਾ। ਬਿਲਕੁਲ, ਇਹ ਤਰਾਸਦੀ ਆ ਜੀ। ਇੱਕ ਤੇ ਉਹਦੀ ਮਿਹਨਤ ਦਾ ਉਹਨੂੰ ਮੁੱਲ ਪਹਿਲਾਂ ਹੀ ਨਹੀਂ ਮਿਲਿਆ, ਉਸ ਤੋਂ ਬਾਅਦ ਉਹ ਆਪ ਐਫਰਟਸ ਕਰਕੇ ਜਿਹੜੀਆਂ ਉਹ ਕਿਤਾਬਾਂ ਲੋਕਾਂ ਤੱਕ ਕਿ ਮੇਰੀ ਕਿਤਾਬ ਪੜ੍ਹੋ। ਦੂਸਰੀ ਗੱਲ ਮੈਂ ਦੇਖੀ ਹੈ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ। ਇੱਕ ਬਹੁਤ ਵੱਡਾ ਪੋਇਟ ਆ ਪੰਜਾਬ ਦਾ, ਮੈਂ ਨਾਮ ਤੇ ਨਹੀਂ ਲਊਂਗਾ, ਪੰਜਾਬੀ ਦਾ, ਕਾਫੀ ਕਿਤਾਬਾਂ ਲਿਖੀਆਂ। ਇੱਕ ਵਾਰ ਕਿਤੇ ਬੈਠੇ ਸੀਗੇ, ਉੱਥੇ ਉਹਨਾਂ ਦੇ ਘਰ ਇੱਕ ਕਿਤਾਬ ਪਈ ਸੀਗੀ ਨਾ, ਉਹ ਉਸ ਬੰਦੇ ਨੇ ਉਹ ਕਿਤਾਬ ਚੁੱਕੀ ਤੇ ਇਦਾਂ ਖੋਲੀ ਤੇ ਉਹਨੇ ਕਿਤਾਬ ਬੰਦ ਕਰਕੇ ਇਦਾਂ ਸੁੱਟਤੀ ਤੇ ਕਹਿੰਦਾ ਕਿਤਾਬ ਕਿਉਂ ਛਪਾਈ ਹੈ, ਕਿਤਾਬ ਦੇ ਵਿੱਚ ਤੇ ਕੁਝ ਨਹੀਂ ਹੈਗਾ, ਪੈਸੇ ਖਰਾਬ ਕੀਤੇ। ਮੈਂ ਜਦੋਂ ਕਿਤਾਬ ਫੜੀ ਤੇ ਉਹਦਾ ਜਿਹੜਾ ਮੁੱਖ ਬੰਦ ਸੀ ਉਸੇ ਬੰਦੇ ਨੇ ਲਿਖਿਆ ਸੀ। ਅੱਛਾ। ਔਰ ਮੁੱਖ ਬੰਦ ਵਧੀਆ ਲਿਖਿਆ ਸੀ। ਫਿਰ ਮੈਂ ਜਦੋਂ ਉਹਨੂੰ ਇਹ ਚੀਜ਼ ਚਿਤਾਈ ਕਿ ਇਹ ਤੇ ਤੁਸੀਂ ਮੁੱਖ, ਫਿਰ ਉਹਨੇ ਕਹਿੰਦਾ ਅੱਛਾ ਇਹ ਤੇ ਅਫਸਰ ਦਾ ਮੁੰਡਾ ਆ ਜਾਂ ਦੇਖੋਗੇ ਤੁਸੀਂ ਸਿਫਾਰਿਸ਼ ਤੇ, ਹਨਾ। ਮੈਂ ਇੱਕ ਸ਼ੇਅਰ ਵੀ ਲਿਖਿਆ ਸੀਗਾ ਕਿ ਖੁਦਾਵਾਂ ਦੀ ਤਰ੍ਹਾਂ ਹੋ ਗਏ ਨੇ ਹੁਣ ਉਸਤਾਦ ਵੀ ਅੱਜ ਕੱਲ, ਬਿਨਾਂ ਖਰੜਾ ਪੜ੍ਹੇ ਮੁੱਖ ਬੰਦ ਲਿਖ ਦਿੰਦੇ ਕਿਤਾਬਾਂ ਦਾ। ਕਿ ਖਰੜਾ ਨਹੀਂ ਪੜਿਆ, ਉਹਨਾਂ ਦੇਖਿਆ ਇਹ ਫਲਾਣੇ ਬੰਦੇ ਦੀ ਕਿਤਾਬ ਆ, ਇਹ ਵਧੀਆ ਹੀ ਹੋਣੀ ਆ, ਉਹਨੂੰ ਉਹਨਾਂ ਨੇ ਮੁੱਖ ਬੰਦ ਲਿਖ ਕੇ ਭੇਜਤਾ। ਤੁਹਾਨੂੰ ਲੱਗਦਾ ਕਿ ਜਿਹੜੇ ਮੂੰਹ ਮੁਲਾਜ਼ੇ ਆ ਇਹ ਸਾਡੇ ਸਾਹਿਤ ਦਾ ਮੂੰਹ ਮਹਾਂਦਰਾ ਵਿਗਾੜ ਦੇਣਗੇ? ਬਹੁਤ ਜ਼ਿਆਦਾ। ਜਿੰਨੀਆਂ ਸਾਹਿਤਕਾਰਾਂ ਦੇ ਵਿੱਚ ਧੜੇਬੰਦੀਆਂ ਨਾ, ਉਨੀਆਂ ਮੈਨੂੰ ਨਹੀਂ ਲੱਗਦਾ ਕਿਤੇ ਹੈਗੀਆਂ। ਇੱਥੇ ਕੀ ਹੁੰਦਾ ਕਿ ਜਿਵੇਂ ਕੋਈ ਕਿਸੇ ਨੇ ਮੁਸ਼ਾਇਰਾ ਕਰਾਉਣਾ ਆ, 10 ਨਾਮ ਲਿਖੇ ਆ, ਉਹਨਾਂ ਨੇ ਆਪਣੇ ਵੱਲੋਂ ਵਧੀਆ ਨਾਮ ਲਿਖੇ ਆ, ਧੜੇਬਾਜ਼ੀ ਵਾਲੇ ਬੰਦੇ 2 ਨਾਮ ਵਿੱਚੋਂ ਕਟਾ ਕੇ ਆਪਣੇ ਨਾਮ ਪਾ ਦਿੰਦੇ ਹਨ। ਜਿਨ੍ਹਾਂ ਦੇ ਨਾਮ ਕਟਾਏ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਚੀਜ਼ ਦਾ, ਪਰ ਪਾਠਕਾਂ ਨੂੰ, ਸਰੋਤਿਆਂ ਤੱਕ ਉਹ ਚੀਜ਼ ਜਿਹੜੀ ਆ ਉਹ ਪਹੁੰਚਦੀ ਨਹੀਂ ਜਿਹੜੀ ਉਹ ਸੁਣਨਾ ਚਾਹੁੰਦੇ ਆ। ਕਿਉਂਕਿ ਇੱਥੇ ਗਰੁੱਪਿਜ਼ਮ ਇੰਨਾ ਜ਼ਿਆਦਾ ਹੈ ਨਾ, ਆ ਉਸ ਗਰੁੱਪ ਦਾ ਬੰਦਾ ਆ ਉਸ ਗਰੁੱਪ ਦਾ ਬੰਦਾ ਆ। ਕੁਛ ਵੀ ਪ੍ਰੋਗਰਾਮ ਹੋਣਾ ਆ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਵਧੀਆ ਕੌਣ ਲਿਖਦਾ ਹੈ ਜਾਂ ਵਧੀਆ ਨਹੀਂ, ਉਹਨਾਂ ਨੇ ਦੇਖਣਾ ਆਪਣੇ ਬੰਦੇ ਬੁਲਾ ਲਓ। ਸਿਰਫ ਇੱਕ ਨਹੀਂ, ਸਾਰੇ ਗਰੁੱਪ ਇੱਦਾਂ ਆ, ਉੱਥੋਂ ਦਾ ਗਰੁੱਪ ਆ, ਉਹ 4 ਬੰਦੇ ਇਕੱਠੇ ਹੋ ਗਏ, ਉੱਦਾਂ ਕੋਈ ਵੀ ਇਹ ਨਹੀਂ ਹੈ ਕਿ ਆਪਾਂ ਦੂਜਿਆਂ ਨੂੰ ਚੰਗਾ ਸੁਣਨ ਵਾਸਤੇ, ਇੱਦਾਂ ਨਹੀਂ ਆ ਜੀ। ਇੱਥੇ ਇੱਕ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਹ ਸਾਹਿਤ ਦੇ ਨਾਲ ਜੁੜੀ ਹੋਈ ਗੱਲ ਆ। ਨਾਰਵੇ ਦੇ ਵਿੱਚ ਜਦੋਂ ਕੋਈ ਕਿਤਾਬ ਛਪਦੀ ਕਿਸੇ ਲੇਖਕ ਦੀ, ਤਾਂ ਉਹ ਸਰਕਾਰ ਸਾਰੀ ਦੀ ਸਾਰੀ ਕਿਤਾਬ ਉਹਦੀ ਖਰੀਦਦੀ ਆ, ਲਾਇਬ੍ਰੇਰੀਆਂ ਨੂੰ ਭੇਜਦੀ ਆ। ਬਿਲਕੁਲ। ਅਸੀਂ ਸਾਰਾ ਭਾਰ ਸਰਕਾਰ ਤੇ ਨਹੀਂ ਪਾਉਂਦੇ। ਜਿਹੜੀਆਂ ਸਾਡੀਆਂ ਸਾਹਿਤ ਸਭਾਵਾਂ ਆ, ਜਿੰਨੀਆਂ ਕੁ ਪੰਜਾਬ ਦੇ ਵਿੱਚ ਹੋਣਗੀਆਂ, ਛੋਟੀਆਂ ਵੱਡੀਆਂ ਸਾਰੀਆਂ ਲਾ ਲਈਏ, ਜੇਕਰ ਇੱਕ ਲੇਖਕ 500 ਕਿਤਾਬ ਵੀ ਛਪਵਾਉਂਦਾ ਹੈ, ਮੈਨੂੰ ਲੱਗਦਾ ਉਹਨਾਂ ਸਾਹਿਤ ਸਭਾਵਾਂ ਦੇ ਹਿੱਸੇ ਵੀ 10-10 ਕਿਤਾਬਾਂ ਨਹੀਂ ਆਉਣੀਆਂ। ਬਿਲਕੁਲ। ਤੇ ਜੇਕਰ ਉਹੀ ਖਰੀਦ ਕੇ ਲੇਖਕ ਨੂੰ ਉਹ ਪੈਸੇ ਦੇ ਕੇ ਉਹ ਕਿਤਾਬਾਂ ਲਾਇਬ੍ਰੇਰੀਆਂ ਦੇ ਵਿੱਚ ਪਹੁੰਚਾਉਣ, ਤਾਂ ਤੁਹਾਨੂੰ ਲੱਗਦਾ ਕਿ ਸਾਹਿਤ ਦਾ ਭਲਾ ਹੋ ਜੂ? ਮੈਂ ਬਹੁਤ ਮੈਨੂੰ ਚੰਗਾ ਲੱਗਾ ਕਿ ਜਿਹੜੀ ਆ ਤੁਹਾਡੀ ਸਲਾਹ ਆ, ਇਹ ਅਸੀਂ ਬਹੁਤ ਵਾਰੀ ਪਹਿਲਾਂ ਚਰਚਾ ਕਰ ਚੁੱਕੇ ਹਾਂ, ਪਰ ਅਜੇ ਤੱਕ ਕਿਸੇ ਨੇ ਵੀ ਉਹ ਪ੍ਰਵਾਨ ਨਹੀਂ ਕੀਤੀ ਕਿ ਇੱਥੇ ਪੰਜਾਬੀ ਭਾਸ਼ਾ ਵਾਸਤੇ ਵੀ ਕੁਛ ਨਹੀਂ ਹੁੰਦਾ। ਜਿਹੜੀਆਂ ਸਭਾਵਾਂ ਬਣੀਆਂ, ਚਾਹੇ ਉਹ ਕੋਈ ਵੀ ਵੱਡੀ ਸਭਾ ਆ ਜਾਂ ਕੋਈ ਖਿੱਤੇ ਦੀਆਂ ਸਭਾਵਾਂ ਆ ਜਾਂ ਕੋਈ ਸ਼ਹਿਰ ਦੀਆਂ ਸਭਾਵਾਂ ਆ, ਉੱਥੇ ਸਿਰਫ ਪ੍ਰਧਾਨ ਆ ਕਿ
ਤੁਹਾਡਾ ਪ੍ਰੋਗਰਾਮ ਹੈ, ਮੇਰੀ ਪ੍ਰਧਾਨਗੀ ਉੱਥੇ ਹੋ ਜੂਗੀ, ਅਸੀਂ ਕਰਾਵਾਂਗੇ, ਤੁਹਾਡੀ ਪ੍ਰਧਾਨਗੀ ਉੱਥੇ ਹੋ ਜੂਗੀ, ਇਹ ਇਸ ਤੋਂ ਇਲਾਵਾ ਕੁਝ ਨਹੀਂ ਆ ਜੀ। ਜਾਂ ਉਹ ਫਿਰ ਉਹ ਵੀ ਜਿਹੜਾ ਕਿਸੇ ਪੋਇਟ ਨੇ ਜਾਂ ਕਿਸੇ ਲੇਖਕ ਨੇ ਨਵੀਂ ਕਿਤਾਬ ਛਾਪੀ ਆ, ਉਸ ਕਿਤਾਬ ਦੀ ਗੋਸ਼ਟੀ ਕਰਵਾਤੀ ਜਾਂ ਪਹਿਲਾਂ ਉਹਨੂੰ ਲੋਕ ਅਰਪਣ ਕਰਤਾ, ਤੇ ਉੱਥੇ 2-4 ਪੇਪਰ ਉਹ ਜਿਹੜੇ ਉਹ ਕਿਤਾਬ ਦੀਆਂ ਸਿਫਤਾਂ, ਚਾਹੇ ਕਿਤਾਬ ਦੇ ਵਿੱਚ ਕੁਝ ਹੈ ਜਾਂ ਨਹੀਂ ਹੈ, ਉਹਦੀਆਂ ਸਿਫਤਾਂ ਦੇ ਪੁੱਲ ਬੰਨ੍ਹਤੇ, ਚਾਹ ਪਾਣੀ ਕੀਤਾ ਤੇ ਆਪਣੇ ਆਪਣੇ ਘਰ ਨੂੰ ਚਲੇ ਗਏ। ਇਸ ਤੋਂ ਇਲਾਵਾ ਕੁਝ ਨਹੀਂ ਆ ਜੀ। ਔਰ ਇਸੇ ਕਰਕੇ ਸ਼ਾਇਦ ਸਾਡਾ ਸਾਹਿਤ ਜਿਹੜਾ ਆ ਉਹ ਚੰਗਾ ਜਿਹੜਾ ਆ ਉਹ ਸਾਹਮਣੇ ਨਹੀਂ ਆ ਰਿਹਾ। ਚਲੋ ਖੈਰ, ਕਹਿੰਦੇ ਨੇ ਕਿ ਹੋਰ ਨਹੀਂ ਪਿੰਡੀ ਇਨਸਾਨ ਜੰਮਦੇ ਨੇ, ਸਾਡੇ ਪਿੰਡ ਖਜ਼ਾਨਚੀ ਤੇ ਪ੍ਰਧਾਨ ਜੰਮਦੇ ਨੇ। ਉਹਨਾਂ ਗੱਲਾਂ 'ਚੋਂ ਆਪਾਂ ਬਾਹਰ ਨਿਕਲੀਏ ਤੇ ਇਸ ਸਮੇਂ ਦੇ ਵਿੱਚ ਜੋ ਸਾਹਿਤ ਦੇ ਆ ਉਹ ਵਿਸ਼ੇ ਜਿਹੜੇ ਆ ਉਹ ਕਿਹੋ ਜਿਹੇ ਚਿੱਤਰੇ ਜਾ ਰਹੇ ਆ? ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਹਿਤ ਜਿਵੇਂ ਇੱਕ ਕਿਤਾਬ ਛਪਦੀ ਹੈ, ਚਾਹੇ ਕਵਿਤਾ ਦੀ ਆ, ਉਹ ਕੋਈ ਇੱਕ ਵਿਸ਼ੇ ਤੇ ਹੁੰਦੀ ਨਹੀਂ ਆ। ਉਹ ਕੋਈ ਨਾਵਲ ਨਹੀਂ ਆ ਕਿ ਆਪਾਂ ਹਨਾ, ਜਿਵੇਂ ਇੱਕ ਗਜ਼ਲ ਆ, ਗਜ਼ਲ ਦੇ ਵਿੱਚ 7 ਸ਼ੇਰ ਆ ਜਾਂ 6 ਸ਼ੇਰ ਆ, ਉਹ ਅਲੱਗ-ਅਲੱਗ ਵਿਸ਼ੇ ਆ। ਕਵਿਤਾ ਦੇ ਵਿੱਚ ਜੇ 80 ਕਵਿਤਾਵਾਂ ਇੱਕ ਕਿਤਾਬ, ਜਦੋਂ ਅਲੱਗ-ਅਲੱਗ ਵਿਸ਼ੇ, ਜਿੱਦਾਂ ਮੈਂ ਤਾਮ ਦਾ ਜ਼ਿਕਰ ਕੀਤਾ ਸੀਗਾ ਇੱਥੇ, ਸਰਬਜੀਤ ਜੱਸ ਦੀ ਕਿਤਾਬ ਆ, ਹਰ ਵਿਸ਼ੇ ਤੇ ਕਵਿਤਾ ਆ ਜੀ। ਜਗਦੀਪ ਸਿੱਧੂ ਦਾ ਜ਼ਿਕਰ ਕੀਤਾ ਸੀਗਾ, ਹਰ ਵਿਸ਼ੇ ਤੇ ਕਵਿਤਾ ਆ। ਰਮਨ ਵਿਰਕ ਆ, ਇੱਕ ਪਟਿਆਲੇ ਤੋਂ ਕੁੜੀ ਲਿਖਦੀ ਆ, ਛੋਟੀਆਂ ਕਵਿਤਾਵਾਂ ਪਰ ਗਹਿਰ ਗੰਭੀਰ। ਛੋਟੀ ਕਵਿਤਾ ਦੇ ਵਿੱਚ ਕੁੱਜੇ ਵਿੱਚ ਸਮੁੰਦਰ, ਜਿਵੇਂ ਆਪਾਂ ਕਹਿ ਲੈਂਦੇ। ਹੁਣ ਜਿੱਦਾਂ ਗਜ਼ਲ ਦੇ ਵਿੱਚ ਮੇਰੇ 3-4 ਸ਼ੇਰ ਦੇਖੋ ਕਿ ਲਬਾਂ ਤੇ ਚੁੱਪ ਵਰਗਾ ਹੈ, ਨਜ਼ਰ ਵਿੱਚ ਸਦਮਿਆਂ ਵਰਗਾ, ਮੈਂ ਹਿੱਕ ਵਿੱਚ ਸਾਂਭ ਕੇ ਬੈਠਾ ਬੜਾ ਕੁਝ ਹੌਕਿਆਂ ਵਰਗਾ। ਹੁਣ ਅਗਲਾ ਸ਼ੇਰ ਦੇਖੋ ਕਿ ਮੇਰੀ ਹਿੰਮਤ ਮੇਰਾ ਜਜ਼ਬਾ ਤਾਂ ਅਰਜਨ ਵਾਂਗ ਹੈ, ਲੇਕਿਨ ਮੇਰੇ ਤੀਰਾਂ ਦੀਆਂ ਨਜ਼ਰਾਂ 'ਚ ਮੈਂ ਹਾਂ ਕੌਰਵਾਂ ਵਰਗਾ। ਕੀ ਬਾਤ। ਹੁਣ ਤੀਸਰਾ ਸ਼ੇਰ ਦੇਖੋ ਕਿ ਪਤਾ ਨਹੀਂ ਕਿਸ ਤਰ੍ਹਾਂ ਹਨੇਰੇ 'ਚ ਮੈਥੋਂ ਆ ਗਈ ਬੇੜੀ, ਗਿਆ ਸਾਂ ਲੈਣ ਮੈਂ ਤੇਰੇ ਲਈ ਕੁਝ ਝਾਂਜਰਾਂ ਵਰਗਾ। ਕੀ ਬਾਤ ਹੈ ਜੀ, ਕੀ ਬਾਤ। ਬਹੁਤ ਹੁਣ ਗਜ਼ਲ ਦੇ ਵਿੱਚ ਜੇ 6 ਸ਼ੇਰ ਆ ਤੇ ਉਹਦਾ ਡਿਫਰੈਂਟ ਵਿਸ਼ੇ ਆ। ਕਵਿਤਾ ਜਿਹੜੀ ਆ ਉਹਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਵਿਸ਼ਾ ਆ। ਨਾਵਲ ਆ ਉਹ ਸ਼ੁਰੂ ਤੋਂ ਲੈ ਕੇ ਹੁਣ ਕਵਿਤਾ ਬਹੁਤ ਹੀ ਸ਼ਾਨਦਾਰ ਲਿਖੀ ਜਾ ਰਹੀ। ਤਨਵੀਰ ਹੁਣਾਂ ਤੋਂ ਬਾਅਦ, ਗੁਰਪ੍ਰੀਤ ਤੋਂ ਬਾਅਦ ਜਿਹੜੀ ਕਵਿਤਾ ਅਗਲੀ ਪੀੜ੍ਹੀ ਆ, ਬਹੁਤ ਵਧੀਆ ਕਵਿਤਾ ਲਿਖੀ ਜਾ ਰਹੀ ਹੈ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਅਸੀਂ ਕਰਨੀਆਂ, ਕਿਉਂਕਿ ਜਿਵੇਂ ਗਜ਼ਲ ਕੋਈ ਸਮੇਂ ਇਹ ਕਿਹਾ ਗਿਆ ਸੀ, ਇੱਕ ਮੰਨਿਆ ਜਾਂਦਾ ਸੀ ਕਿ ਗਜ਼ਲ ਜਿਹੜੀ ਹੈ ਉਹ ਸਿਰਫ 2 ਵਿਸ਼ਿਆਂ ਦੇ ਉੱਪਰ ਲਿਖੀ ਜਾਂਦੀ ਹੈ, ਜਾਂ ਸ਼ਰਾਬ ਤੇ ਜਾਂ ਸ਼ਬਾਬ ਤੇ। ਪਰ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਪੀੜ੍ਹੀ ਨੇ ਇਸ ਗਜ਼ਲ ਦਾ ਦਾਇਰਾ ਬਹੁਤ ਖੋਲ ਕੇ ਰੱਖ ਦਿੱਤਾ, ਹਰ ਇੱਕ ਸ਼ੇਰ ਦੇ ਵਿੱਚ ਇੱਕ ਨਵਾਂ ਵਿਸ਼ਾ ਹੈ। ਇਹ ਚੰਗਾ ਸੰਕੇਤ ਹੈ। ਬਹੁਤ ਸਾਰੇ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਨੇ, ਆਪਾਂ ਵਾਪਸ ਪਰਤਾਂਗੇ। ਫਿਲਹਾਲ ਸਮਾਂ ਇੱਕ ਗੀਤ ਦਾ ਆ, ਉਸ ਗੀਤ ਤੋਂ ਬਾਅਦ ਆਪਾਂ ਮੁੜ ਪਰਤਦੇ ਹਾਂ।
ਸੁੱਕ ਜਾਣਾ। ਅੱਜ ਜਿੰਨਾ ਫਸਲ ਬਣਾਇਆ ਰੱਬ ਨੇ ਮੁੱਕ ਜਾਣਾ। ਅੱਜ ਹੌਲੀ ਹੌਲੀ ਸੁਲਗ ਪੈਣਾ, ਅੱਜ ਹੌਲੀ ਹੌਲੀ ਸੁਲਗ ਪੈਣਾ ਤੇ ਭਾਂਬੜ ਬਣ ਕੇ ਮੱਚ ਪੈਣਾ। ਅੱਜ ਰੱਜ ਰੱਜ ਤੈਨੂੰ ਤੱਕ ਲੈਣਾ, ਅੱਜ ਰੱਜ ਰੱਜ ਤੈਨੂੰ ਤੱਕ ਲੈਣਾ ਤੇ ਅੱਖੀਆਂ ਅੰਦਰ ਮੈਂ ਤੱਕ ਲੈਣਾ। ਅੱਜ ਰੱਜ ਰੱਜ ਤੈਨੂੰ ਤੱਕ ਲੈਣਾ, ਉਹ ਤੱਕ ਲੈਣਾ। ਰੂਹਾਂ ਦੇ ਮੇਲੇ ਸਜਣਾ ਕਿਹੜੇ ਨਿਤ ਹੋਣੇ। ਇਹ ਮੰਜ਼ਿਲਾਂ ਪੈਦੇ ਨਵੇਂ ਕਿਹੜੇ ਜਿੱਤ ਹੋਣੇ। ਅੱਜ ਸਾਰੀ ਅੱਗ ਮੁਕਾ ਲੈਣੀ, ਅੱਜ ਸਾਰੀ ਅੱਗ ਮੁਕਾ ਲੈਣੀ ਤੇ ਇੱਕ ਚੰਗਿਆੜਾ ਰੱਖ ਲੈਣਾ। ਅੱਜ ਰੱਜ ਰੱਜ ਤੈਨੂੰ ਤੱਕ ਲੈਣਾ, ਅੱਜ ਰੱਜ ਰੱਜ ਤੈਨੂੰ ਤੱਕ ਲੈਣਾ ਤੇ ਅੱਖੀਆਂ ਅੰਦਰ ਮੈਂ ਤੱਕ ਲੈਣਾ। ਅੱਜ ਰੱਜ ਰੱਜ ਤੈਨੂੰ ਤੱਕ ਲੈਣਾ, ਉਹ ਤੱਕ ਲੈਣਾ। ਗੱਲਾਂ ਤੇ ਗੀਤ ਤੁਸੀਂ ਦੇਖ ਰਹੇ ਹੋ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਅੱਜ ਆਪਣੇ ਸ਼ਾਇਰ ਰਮਨ ਸੰਧੂ ਜੀ ਦੇ ਨਾਲ ਕਰ ਰਹੇ ਹਾਂ ਔਰ ਗੱਲਾਂ ਬਾਤਾਂ ਦੇ ਵਿੱਚ ਇਹ ਗੀਤ ਜਿਹੜਾ ਇਹ ਗੀਤ ਵੀ ਕਾਫੀ ਮੈਨੂੰ ਇੱਕ ਇਹਦੇ ਵਿੱਚੋਂ ਬੜੀ ਇੱਕ ਖੂਬਸੂਰਤ ਜੀ ਲਾਈਨ ਲੱਗੀ ਆ ਕਿ ਸਾਰੀ ਅੱਗ ਰੱਜ ਰੱਜ ਕੇ ਹੈ ਰੱਜ ਰੱਜ ਕੇ ਉਹ ਤੱਕ ਲੈਣਾ। ਤੇ ਇਹਦੇ ਵਿੱਚ ਜਿਹੜੀ ਉਹ ਲਾਈਨ ਸੀ ਜਿਹਦੇ ਮੈਂ ਜ਼ਿਕਰ ਕਰਨ ਲੱਗਾ ਸੀ ਕਿ ਸਾਰੀ ਅੱਗ ਅਸੀਂ ਫੱਕ ਲੈਣੀ ਪਰ ਇੱਕ ਚੰਗਿਆੜਾ ਰੱਖ ਲੈਣਾ। ਬਿਲਕੁਲ ਹਾਂਜੀ ਹਾਂ ਤੇ ਹਲੇ ਅਸੀਂ ਵੀ ਬਹੁਤ ਸਾਰੇ ਚੰਗਿਆੜੇ ਰੱਖੇ ਹੋਏ ਆ। ਬਿਲਕੁਲ ਤੇ ਸੰਧੂ ਸਾਹਿਬ ਜਿਹੜੀ ਅੱਜ ਦੀ ਆਪਾਂ ਗੱਲ ਕਰਦੇ ਹਾਂ ਕਿਤਾਬ, ਮੈਨੂੰ ਚੇਤਾ ਹੈ ਕਿ ਜਦੋਂ ਮੈਂ ਕਿਤਾਬ ਪੜ੍ਹਦਾ ਹੁੰਦਾ ਸੀ ਤੇ ਹਿੱਕ ਤੇ ਰੱਖੀ ਰਹਿ ਜਾਂਦੀ ਹੁੰਦੀ ਸੀ, ਮੈਨੂੰ ਨੀਂਦ ਆ ਜਾਂਦੀ ਹੁੰਦੀ ਸੀ। ਅੱਜ ਅਸੀਂ ਜਦੋਂ ਫੋਨ ਦੇਖਦੇ ਹਾਂ ਸਾਡੇ ਮੂੰਹਾਂ ਤੇ ਫੋਨ ਫੜਕ ਦੇਣੀ ਵੱਜਦੇ ਆ, ਡਿੱਗਦੇ ਆ, ਅਸੀਂ ਫੇਰ ਸੌਂਦੇ ਹਾਂ। ਇਹ ਫੋਨਾਂ ਦੇ ਵਿੱਚ ਅੱਜ ਬਹੁਤ ਤਰ੍ਹਾਂ ਦੀਆਂ ਲੋਕ ਰੀਲਾਂ ਬਣਾ ਬਣਾ ਕੇ ਆਪਣੇ ਆਪ ਨੂੰ ਪੇਸ਼ ਕਰ ਰਹੇ ਆ। ਇਹ ਚੱਲਣ ਜਿਹੜਾ ਆ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਜਿਵੇਂ ਤੁਸੀਂ ਗੱਲ ਕੀਤੀ ਕਿ ਕਿਤਾਬ ਤੁਹਾਡੀ ਛਾਤੀ ਤੇ ਪਈ ਰਹਿੰਦੀ, ਮੇਰਾ ਇੱਕ ਸ਼ੇਅਰ ਸੀਗਾ ਕਿ ਉਹਦੀ ਹਿੱਕ ਤੇ ਮੇਰੀ ਪੁਸਤਕ ਅਗਰ ਸੌਂ ਵੀ ਗਈ ਤਾਂ ਕੀ, ਮੇਰੇ ਸ਼ੇਅਰਾਂ ਉਹਦੇ ਮਸਤਕ 'ਚ ਫਿਰ ਵੀ ਜਾਗਦੇ ਰਹਿਣਾ। ਆਹਾ। ਸੋ ਜਿਹੜਾ ਸੋਸ਼ਲ ਮੀਡੀਆ ਹੈ ਨਾ, ਹਰ ਇੱਕ ਚੀਜ਼ ਦਾ ਇੱਕ ਚੰਗਾ ਪਾਸਾ ਹੁੰਦਾ, ਇੱਕ ਬੁਰਾ ਪਾਸਾ ਹੁੰਦਾ। ਜਦੋਂ ਪਿੱਛੇ ਜੇ ਲੋਕਡਾਊਨ ਦਾ ਸਮਾਂ ਸੀਗਾ, ਜਿਹੜਾ ਇੰਟਰਨੈਟ ਫੈਸਿਲਿਟੀ ਆ ਜਾਂ ਸੋਸ਼ਲ ਮੀਡੀਆ, ਇਹਨੇ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਹੈ ਨਾ, ਇੱਕ ਦੂਜੇ ਨਾਲ ਸੰਪਰਕ 'ਚ ਬਣੇ ਰਹੇ। ਪਰ ਇੱਕ ਇਹਦਾ ਡਾਰਕ ਸਾਈਡ ਇਹ ਹੈ ਕਿ ਲੋਕੀ ਅਨਸੈਸਰਲੀ ਰੀਲਾਂ, ਦਿਨ 'ਚ 4-4 ਰੀਲਾਂ, 5-5 ਬੇਹੂਦਾ ਲੱਚਰ ਕਿਸਮ ਦੀਆਂ ਰੀਲਾਂ ਪਾਈ ਜਾਂਦੇ ਆ, ਜਿਹੜਾ ਕਿ ਉਹਦੀ ਚੰਗਿਆਈ ਨੂੰ ਵੀ ਢੱਕ ਦਿੰਦਾ ਜੀ ਹੈ ਨਾ। ਤੁਸੀਂ ਕੋਈ ਕੰਮ ਦੀ ਚੀਜ਼, ਜਿਹੜੀ ਚੀਜ਼ ਸਾਡੀ ਫੈਸਿਲਿਟੀ ਵਾਸਤੇ ਬਣੀ ਆ, ਅਸੀਂ ਉਹਦੀ ਦੁਰਵਰਤੋਂ ਕਰ ਰਹੇ ਹਾਂ। ਮੈਨੂੰ ਇਹਦੇ ਨਾਲ ਸਖਤ ਇਤਰਾਜ਼ ਆ। ਤੁਸੀਂ ਕੋਈ ਕੰਮ ਦੀ ਚੀਜ਼ ਆ, ਰੀਲ ਪਾਉਣੀ ਵੀ ਕੋਈ ਬਹੁਤ ਵੱਡੀ ਗਲਤੀ ਨਹੀਂ ਆ, ਪਾਓ ਤੁਸੀਂ ਜੇ ਕੰਮ ਦੀ ਚੀਜ਼ ਆ, ਪਾਈ ਜਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਮੈਂ ਇਹਦੇ ਸਖਤ ਖਿਲਾਫ ਹਾਂ। ਦੇਖੋ ਇੰਜ ਲੱਗਦਾ ਸੀ ਕਿ ਜਦੋਂ ਪਹਿਲਾਂ ਲੋਕੀ ਕਹਿੰਦੇ ਸੀ ਕਿ ਨੈਟ ਫ੍ਰੀ ਆ। ਬਿਲਕੁਲ ਹਾਂਜੀ। ਤੇ ਹੁਣ ਇਹ ਲੱਗਦਾ ਕਿ ਲੋਕ ਹੀ ਫ੍ਰੀ ਆ। ਲੋਕ ਹੀ ਫ੍ਰੀ ਆ, ਹਨਾ ਵੀ ਸਾਰਾ ਦਿਨ ਹੀ ਇਹੋ ਕੰਮ ਕਰ ਰਹੇ। ਕਿਉਂਕਿ ਕਈ ਲੋਕਾਂ ਨੇ ਉਹਨੂੰ ਇੱਕ ਅਰਨਿੰਗ ਦਾ ਸੋਰਸ ਵੀ ਬਣਾ ਲਿਆ ਜੀ, ਹਨਾ। YouTube ਜਿਵੇਂ ਪੈਸੇ ਦਿੰਦੇ ਆ, ਫੇਸਬੁੱਕ ਤੋਂ ਵੀ ਪੈਸੇ ਅਰਨ ਕਰਦੇ ਆ, ਉਹਦੇ ਵਾਸਤੇ ਲੋਕੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਆ। ਬਿਲਕੁਲ, ਜਿਹੜਾ ਕਿ ਬਿਲਕੁਲ ਗਲਤ ਆ। ਬਿਲਕੁਲ ਗਲਤ ਹੈ। ਔਰ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸਮਾਂ ਬਦਲਦਾ ਹੈ, ਕਿਤਾਬਾਂ ਵਾਲਾ ਸਮਾਂ ਨਿਕਲ ਕੇ ਹੁਣ PDF ਤੱਕ ਵੀ ਆ ਗਿਆ। ਬਿਲਕੁਲ ਹਾਂਜੀ। ਅਸੀਂ ਘਰਾਂ ਦੇ ਵਿੱਚ ਬੈਠੇ ਆਪਣੇ ਫੋਨ ਦੇ ਉੱਪਰ ਜਾਂ ਲੈਪਟਾਪ ਤੇ, ਕੰਪਿਊਟਰ ਤੇ ਅਸੀਂ ਉਹ ਕਿਤਾਬਾਂ ਜਿਹੜੀਆਂ ਖਰੀਦ ਕੇ ਨਹੀਂ ਉੱਦਾਂ ਪੜ੍ਹ ਲੈਂਦੇ ਆਨਲਾਈਨ ਵੀ। ਜੇਕਰ ਅਸੀਂ ਤੁਲਨਾ ਕਰਦੇ ਹਾਂ ਉਸ ਪੁਰਾਣੇ ਸਮੇਂ ਦੀ ਨਵੇਂ ਸਮੇਂ ਦੇ ਨਾਲ, ਤੇ ਜਾਂ ਫਿਰ ਪੁਰਾਣੇ ਸ਼ਾਇਰਾਂ ਦੀ ਨਵੇਂ ਸ਼ਾਇਰਾਂ ਦੇ ਨਾਲ, ਫਰਕ ਤੇ ਰਹਿਣਾ ਹੀ ਹੈ। ਬਿਲਕੁਲ। ਪਰ ਤੁਹਾਨੂੰ ਕੀ ਲੱਗਦਾ ਕਿ ਤੁਲਨਾ ਜਾਇਜ਼ ਹੈ? ਦੇਖੋ, ਤੁਲਨਾ ਜਾਇਜ਼ ਆ। ਤੁਲਨਾ ਜਾਇਜ਼ ਇਵੇਂ ਆ ਕਿ ਅਸੀਂ ਜਦੋਂ ਕੋਈ ਪਹਿਲਾਂ ਸ਼ਾਇਰ, ਤੁਸੀਂ ਯਕੀਨ ਨਹੀਂ ਕਰੋ, ਜਿਹੜੇ ਗਜ਼ਲ ਲਿਖਣ ਵਾਲਾ ਤਬਕਾ ਹੈ ਨਾ, ਸਾਨੂੰ ਕਵਿਤਾ
ਪੜ੍ਹਨੀ ਜ਼ਿਆਦਾ ਪਸੰਦ ਹੁੰਦੀ ਨਹੀਂ, ਕਿਉਂਕਿ ਸਾਨੂੰ ਇਦਾਂ ਲੱਗਦਾ ਕਿ ਕਵਿਤਾ ਤੇ ਕੋਈ ਵੀ ਲਿਖ ਸਕਦਾ, ਇਦਾਂ ਲੱਗਦਾ ਹੁੰਦਾ, ਮੇਰੀ ਵੀ ਇਦਾਂ ਧਾਰਨਾ ਸੀਗੀ। ਅੱਛਾ, ਸੀਗੀ ਹੋਇਆ ਇਦਾਂ ਕਿ ਪਿਛਲੇ ਸਾਲ ਮੇਰੇ ਹੱਥ ਇੱਕ ਕਿਤਾਬ ਆਈ, ਕਿਤਾਬ ਦਾ ਨਾਂ ਸੀਗਾ ਲਿਪਸਟਿਕ ਹੇਠਲਾ ਜ਼ਖਮ। ਉਹ ਕੁਮਾਰ ਜਗਦੇਵ ਬਰਾੜ ਆ, ਉਹ ਫਰੀਦਕੋਟ ਤੋਂ, ਉਹਨਾਂ ਦੀ ਲਿਖੀ ਕਿਤਾਬ ਸੀਗੀ। ਉਦੋਂ ਤੱਕ ਮੈਂ ਉਹਨਾਂ ਨੂੰ ਜ਼ਿਆਦਾ ਜਾਣਦਾ ਨਹੀਂ ਸੀਗਾ। ਕਿਤਾਬ ਜਦੋਂ ਮੇਰੇ ਤੱਕ ਆਈ ਤੇ ਮੈਂ ਉਹ ਕਿਤਾਬ, ਜਿਵੇਂ ਮੈਂ ਕਵਿਤਾ ਦੀਆਂ ਦੂਜੀਆਂ ਕਿਤਾਬਾਂ ਪੜ੍ਹਦਾ ਨਹੀਂ, ਫਰੋਲਦਾ ਆ, ਪਰ ਉਹ ਇੱਕ ਦੋ ਕਵਿਤਾਵਾਂ ਜਦੋਂ ਮੇਰੇ ਸਾਹਮਣੇ ਆਈਆਂ, ਮੈਂ ਉਹ ਪੜ੍ਹੀਆਂ, ਫਿਰ ਮੈਂ ਪੂਰੀ ਕਿਤਾਬ ਪੜ੍ਹੀ, ਫਿਰ ਮੈਂ ਦੁਬਾਰਾ ਪੜ੍ਹੀ। ਮੀਨਸ ਮੈਨੂੰ ਉਸ ਕਿਤਾਬ ਨੇ ਕਵਿਤਾ ਨਾਲ ਜੋੜ ਲਿਆ। ਉਸ ਤੋਂ ਬਾਅਦ ਮੈਂ ਕਵਿਤਾ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਪੁਰਾਣੇ ਸ਼ਾਇਰਾਂ ਦੀ ਜਾਂ ਪੁਰਾਣੇ ਕਵੀਆਂ ਨਾਲ ਨਵੇਂ ਕਵੀਆਂ ਦੀ ਤੁਲਨਾਤਮਕ ਉਹਨਾਂ ਦਾ, ਮੇਰੇ ਹਿਸਾਬ ਨਾਲ ਬਿਲਕੁਲ ਠੀਕ। ਅਸੀਂ ਜਿਵੇਂ ਡਾਕਟਰ ਜਗਤਾਰ ਨੂੰ ਪੜ੍ਹਿਆ ਹੈ ਨਾ ਜੀ, ਅਸੀਂ ਉਹਦੀ ਗਜ਼ਲ ਨੂੰ, ਉਹਦਾ ਆਪਣਾ ਇੱਕ ਵੱਖਰਾ ਸਟਾਈਲ ਸੀਗਾ ਜੀ। ਜੇ ਗੁਰਤੇਜ ਕੌਰ ਨੂੰ ਪੜ੍ਹਿਆ ਜਾਂ ਵਿਜੇ ਵਿਵੇਕ ਨੂੰ ਪੜ੍ਹਿਆ, ਉਹਨਾਂ ਦਾ ਇੱਕ ਆਪਣਾ ਵੱਖਰਾ ਸਟਾਈਲ ਸੀਗਾ। ਅਸੀਂ ਉਸ ਤਰੀਕੇ ਨਾਲ ਉਹਨਾਂ ਨੂੰ ਆਲੋਚਨਾਤਮਕ ਤੁਲਨਾ ਨਹੀਂ ਕਰ ਸਕਦੇ, ਪਰ ਆਪਾਂ ਫਰਕ ਵੇਖਦੇ ਹਾਂ ਕਿ ਜਿਹੜਾ ਪੁਰਾਣੇ ਸ਼ਾਇਰ ਸੀਗੇ ਉਹ ਇਹ ਸ਼ਬਦ ਨੂੰ ਕਿਸ ਤਰੀਕੇ ਨਾਲ ਯੂਜ਼ ਕਰ, ਕਿਉਂਕਿ ਵੋਕੈਬਲਰੀ ਤੇ ਉਹੀ ਆ, ਸ਼ਬਦ ਅਸੀਂ ਨਵੇਂ ਬਹੁਤ, ਸ਼ਿਵ ਬਟਾਲਵੀ ਤੋਂ ਬਾਅਦ ਬਹੁਤ ਘੱਟ ਨਵੇਂ ਸ਼ਬਦ ਜਿਹੜੇ ਘੜੇ ਗਏ ਹਨਾ। ਪਰ ਜਦੋਂ ਅਸੀਂ ਉਹਨਾਂ ਦੀ ਤੁਲਨਾ ਕਰਦੇ ਹਾਂ ਕਿ ਆਪਾਂ ਦੇਖਦੇ ਹਾਂ ਕਿ ਆਹ ਭਾਰਾ ਆ ਜਾਂ ਆਹ ਹਲਕਾ ਹੈ ਹਨਾ, ਤੁਲਨਾ ਕਰਨੀ ਜਾਇਜ਼ ਆ। ਆਪਾਂ ਨੂੰ ਲੱਗਦਾ ਹੈ ਕਿ ਇਹ ਹੁਣ ਜਿਹੜੇ, ਜਿਵੇਂ ਕਈ ਵਾਰ ਜਿਹੜੇ ਨਵੇਂ ਗਜ਼ਲ ਲਿਖਣ ਵਾਲੇ ਮੁੰਡੇ, ਜਿਵੇਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ, ਸੁਖਦੀਪ ਔਜਲਾ ਆ, ਤਲਵਿੰਦਰ ਸ਼ੇਰਗਿੱਲ ਆ, ਰਾਜੋਆਣਾ ਮੁੰਡਾ ਗੁਰਜੰਟ, ਜਦੋਂ ਉਹਨਾਂ ਦੀ ਗਜ਼ਲ ਮੈਂ ਪੜ੍ਹਦਾ, ਕਈ ਵਾਰ ਅੰਦਰ ਮਨ 'ਚ ਇਹ ਹੁੰਦਾ ਕਿ ਕਾਸ਼ ਇਹ ਸ਼ੇਰ ਮੈਂ ਲਿਖਿਆ ਹੁੰਦਾ। ਇਹਦੇ 'ਚ ਕੋਈ ਵੀ ਆਪਣੇ ਆਪ ਨੂੰ ਇਹ ਕਵੇ ਕਿ ਮੈਂ ਬਹੁਤ ਇੱਕ ਮੇਰਾ ਸ਼ੇਰ ਸੀਗਾ ਕਿ ਤੂੰ ਕਵਿਤਾ ਦੀ ਬੁਲੰਦੀ ਛੋਹ ਕੇ ਕਾਹਦਾ ਮਾਣ ਕਰਦਾ ਹੈ, ਇਹ ਐਸਾ ਤਾਜ ਹੈ ਜਿਸ ਨੇ ਹਜ਼ਾਰਾਂ ਸੀਸ ਬਦਲੇ ਨੇ। ਵਾਹ, ਬਹੁਤ ਅੱਛਾ। ਕਵਿਤਾ ਤੇ ਤੁਸੀਂ ਅੱਜ ਵਧੀਆ ਲਿਖਦੇ ਆ, ਕੱਲ ਨੂੰ ਤੁਹਾਡੇ ਤੋਂ ਵੀ ਵਧੀਆ ਕਿਸੇ ਨੇ ਲਿਖਣੀ ਆ। ਤੇ ਹੁਣ ਜਿਹੜੇ ਮੁੰਡੇ ਲਿਖਦੇ ਪਏ ਕਵਿਤਾ, ਗਜ਼ਲ ਖਾਸ ਕਰਕੇ, ਮੈਨੂੰ ਉਹਨਾਂ ਦੀ ਗਜ਼ਲ ਬਹੁਤ ਪਸੰਦ ਆ। ਮੈਨੂੰ ਮਾਣ ਆ ਕਿ ਜਿਹੜੀ ਅਗਲੀ ਪੀੜ੍ਹੀ ਆ ਉਹ ਬਹੁਤ ਵਧੀਆ ਗਜ਼ਲ ਲਿਖ ਰਹੀ ਆ ਜੀ। ਔਰ ਇਹ ਚੰਗਾ ਸੰਕੇਤ ਹੈ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਕਿ ਉਹ ਚੰਗੀ ਗਜ਼ਲ ਸਿਰਜਣਾ ਕਰ ਰਹੀ ਹੈ ਔਰ ਚੰਗੇ ਗਜ਼ਲਗੋ ਪੈਦਾ ਹੋ ਰਹੇ ਨੇ। ਇਹ ਸਾਡੇ ਵਾਸਤੇ ਔਰ ਸਾਡੀ ਪੰਜਾਬੀ ਦੇ ਵਾਸਤੇ ਇੱਕ ਸ਼ੁਭ ਸੰਕੇਤ ਹੈ। ਦੇਖੋ, ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੁੰਦਾ ਸੀਗਾ ਕਿ ਗਜ਼ਲ ਜਿਹੜੀ ਹੈ ਉਹ ਸਿਰਫ ਤੇ ਸਿਰਫ ਉਰਦੂ ਦੇ ਵਿੱਚ ਹੀ ਰਚੀ ਜਾ ਸਕਦੀ ਹੈ, ਲਿਖੀ ਜਾ ਸਕਦੀ ਹੈ। ਪਰ ਅੱਜ ਪੰਜਾਬੀ ਨੇ ਵੀ ਕਮਾਲ ਕੀਤਾ ਹੈ। ਪੰਜਾਬੀ ਲੇਖਕਾਂ ਦੇ ਸਿਰ ਇਹ ਤਾਜ ਸਜਦਾ, ਸਿਹਰਾ ਵੱਜਦਾ ਕਿ ਉਹਨਾਂ ਨੇ ਉਰਦੂ ਦੇ ਬਰਾਬਰ ਨਹੀਂ, ਉਰਦੂ ਤੋਂ ਅੱਗੇ ਲਿਆ ਕੇ ਪੰਜਾਬੀ ਗਜ਼ਲ ਨੂੰ ਖੜਾ ਕਰ ਦਿੱਤਾ ਹੈ। ਉਹਦੇ 'ਚ ਇੱਕ ਚੀਜ਼ ਇਹ ਹੈ ਕਿ ਜਿਹੜਾ ਉਰਦੂ ਦਾ ਸਰੋਤਾ ਵਰਗ ਨਾ, ਉਹ ਬਹੁਤ ਵਿਸ਼ਾਲ ਆ, ਕਿਉਂਕਿ ਜਿਹੜੇ ਹਿੰਦੀ ਸਮਝਣ ਵਾਲੇ ਲੋਕ ਆ ਉਹ ਵੀ ਉਰਦੂ ਦੀ ਗਜ਼ਲ ਨੂੰ ਸਮਝ ਲੈਂਦੇ ਆ ਜੀ। ਪੰਜਾਬੀ ਦਾ ਦਾਇਰਾ ਜਿਹੜਾ ਪਾਠਕਾਂ ਦਾ ਜਾਂ ਸਰੋਤਿਆਂ ਦਾ ਉਹ ਸੀਮਤ ਆ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬੀ ਦੀ ਗਜ਼ਲ ਉਰਦੂ ਤੋਂ ਅੱਗੇ ਨਿਕਲ ਗਈ ਆ ਜਾਂ ਆਪਾਂ ਅੱਗੇ ਲੈ ਗਏ ਆ, ਪਰ ਪਿੱਛੇ ਨਹੀਂ ਆ। ਜੇ ਉਰਦੂ ਦੀ ਗਜ਼ਲ ਪਸੰਦ ਕਰਨ ਵਾਲੇ ਬਹੁਤ ਲੋਕ ਆ ਤੇ ਪੰਜਾਬੀ ਦੀ ਗਜ਼ਲ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਗਜ਼ਲ ਇਹ ਵਾਹ ਲੈਣ ਲਈ ਗਜ਼ਲ ਲਿਖਣੀ ਇੱਕ ਅਲੱਗ ਚੀਜ਼ ਆ ਨਾ। ਮੇਰਾ ਇੱਕ ਦੋ ਸ਼ੇਅਰ ਦੇਖੋ ਕਿ ਜ਼ਮਾਨੇ ਭਰ ਦੀਆਂ ਗਲੀਆਂ ਮੇਰੇ ਕਦਮਾਂ 'ਚ ਧਰ ਦੇਵੇ, ਕੋਈ ਆਵੇ ਤੇ ਮੈਨੂੰ ਤਾ ਉਮਰ ਭਟਕਣ ਦਾ ਵਰ ਦੇਵੇ। ਜ਼ਮਾਨੇ ਭਰ ਦੀਆਂ ਗਲੀਆਂ ਮੇਰੇ ਕਦਮਾਂ 'ਚ ਧਰ ਦੇਵੇ, ਕੋਈ ਆਵੇ ਤੇ ਮੈਨੂੰ ਤਾ ਉਮਰ ਭਟਕਣ ਦਾ ਵਰ ਦੇਵੇ। ਉਹਨਾਂ ਦੀ ਦਾਦ ਸੁਣ ਕੇ ਮੈਂ ਰਤਾ ਵੀ ਖੁਸ਼ ਨਹੀਂ ਹੁੰਦਾ, ਮੈਂ ਚਾਹੁੰਦਾ ਹਾਂ ਮੇਰੀ ਕਵਿਤਾ ਸਰੋਤੇ ਸੁਣ ਕਰ ਦੇਵੇ। ਕਿ ਸਰੋਤਾ ਦੇਖਦਾ ਰਵੇ ਕਿ ਇਹ ਕੀ ਬੋਲ ਲਿਖਿਆ ਕੀ ਹੈ। ਵਾਹ ਵਾਹ ਤੇ ਪਹਿਲੀ ਵਾਰ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵਾਹ ਵਾਹ ਹੋ ਗਈ ਹੈ ਨਾ। ਸੋ ਪੰਜਾਬੀ ਦੀ ਗਜ਼ਲ ਜਿਹੜੀ ਆ ਉਹ ਉਰਦੂ ਦੇ ਬਰਾਬਰ ਹੀ ਬਿਲਕੁਲ ਖੜੀ ਆ। ਦੇਖੋ, ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਮਾਣ ਸਨਮਾਨ ਨੇ ਉਹ ਅੰਦਰ ਐਨਰਜੀ ਭਰਦੇ ਨੇ। ਨਾਭੇ ਵਿਚਲਾ ਜੋ ਇੱਕ ਵਿਰਾਸਤੀ ਮੇਲਾ ਹੋਇਆ ਉਹਦੇ ਵਿੱਚ ਤੁਹਾਨੂੰ ਵਾਹ ਮਾਣ ਸਨਮਾਨ ਮਿਲਿਆ। ਹਾਂਜੀ, ਬਿਲਕੁਲ। ਇਹਨਾਂ ਮਾਣ ਸਨਮਾਨਾਂ ਦੇ ਵਿੱਚ ਬਹੁਤ ਵਾਰੀ ਇਹ ਹੁੰਦਾ ਹੈ ਕਿ ਜੋ ਅਸਲ ਹੱਕਦਾਰ ਨੇ ਉਹ ਪਿੱਛੇ ਗੈਰਾਂ ਵਾਂਗੂ ਖੜੇ ਰਹਿੰਦੇ ਆ। ਬਿਲਕੁਲ ਸਹਿਮਤ ਹਾਂ। ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਚੁੱਕੀ ਹੈ ਕਿ ਧੜੇਬਾਜ਼ੀਆਂ ਹਮੇਸ਼ਾ ਇਦਾਂ ਨਹੀਂ ਹੁੰਦਾ, ਪਰ ਜ਼ਿਆਦਾਤਰ ਇਦਾਂ ਹੁੰਦਾ ਹੈ ਕਿ ਧੜੇਬਾਜ਼ੀਆਂ ਕਿ ਉਹ ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਮੈਂ ਤੇ ਹਰ ਗੱਲ ਦਾ ਜਵਾਬ ਸ਼ੇਰ ਨਾਲ ਦੇਣਾ ਪਸੰਦ ਕਰਦਾ ਜੀ। ਜ਼ਰੂਰ।
ਕਿ ਮੇਰੀ ਗੁਰਬਤ ਦਾ ਜਿਗਰਾ ਹੈ ਜੋ ਹਰ ਤਨਵਾਨ ਠੋਕਰ ਤੇ ਆਹ ਖੁਦਾ ਦਾ ਫਜ਼ਲ ਸਿਰ ਮੱਥੇ ਮਗਰ ਅਹਿਸਾਨ ਠੋਕਰ ਤੇ ਵਾਹ ਜੋ ਜਿਸ ਦੇ ਵਾਸਤੇ ਹੁੰਦਾ ਹੈ ਉਸ ਤੱਕ ਪਹੁੰਚ ਹੀ ਜਾਂਦਾ ਹੈ ਜੋ ਮੰਗ ਮੰਗ ਕੇ ਪਵੇ ਲੈਣਾ ਉਹ ਹਰ ਸਨਮਾਨ ਠੋਕਰ ਦੇ। ਵਾਹ ਬਹੁਤ ਅੱਛਾ ਬਹੁਤ ਅੱਛਾ। ਸੋ ਜਿਹੜਾ ਤੁਹਾਨੂੰ ਅਪਰੋਚ ਕਰਕੇ ਤੁਸੀਂ ਲੈਨੇ ਆ ਉਹ ਤੇ ਸਨਮਾਨ ਨਹੀਂ ਹੁੰਦਾ ਫਿਰ ਹਨਾ, ਜਾਂ ਜਾਣ ਪਛਾਣ ਨਾਲ ਮਿਲ ਜਾਂਦਾ। ਜਾਣ ਪਛਾਣ ਨਾਲ ਜਿਹੜਾ ਮਿਲ ਜਾਂਦਾ ਉਹ ਅਪਰੋਚ ਜਾਣ ਪਛਾਣ ਤੱਕ ਹੁੰਦੀ ਹੈ। ਜਿਹੜਾ ਤੁਹਾਡੇ ਤੱਕ ਆਉਂਦਾ ਆ ਉਹ ਤੁਹਾਨੂੰ ਆਬਵੀਅਸਲੀ ਉਹ ਤੁਹਾਨੂੰ ਕਮਾਇਆ ਹੁੰਦਾ ਆ ਔਰ ਉਹ ਤੁਹਾਨੂੰ ਬਹੁਤ ਹਲਾਸ਼ਰੀ ਦਿੰਦਾ, ਹੋਰ ਵਧੀਆ ਲਿਖਣ ਵਾਸਤੇ ਪ੍ਰੇਰਦਾ ਆ। ਬਿਲਕੁਲ ਜੀ। ਔਰ ਅਸੀਂ ਆਸ ਕਰਦੇ ਹਾਂ ਕਿ ਇਹ ਮਾਨ ਸਨਮਾਨ ਤੁਹਾਡੀਆਂ ਝੋਲੀਆਂ ਦੇ ਵਿੱਚ ਆ ਕੇ ਖੁਦ ਸਨਮਾਨਿਤ ਹੁੰਦੇ ਰਹਿਣ। ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਡੇ ਨਾਲ ਸਾਂਝੇ ਕੀਤੇ, ਕੁਝ ਕਾਵਿ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਤੁਹਾਡਾ ਸਾਡੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਟਿੱਕਾ ਕੜਾ ਦੇ ਹੀਰਿਆ ਸੱਜਣਾ ਨਗ ਜੜਵਾ ਦੇ ਕਸਿਓ ਤੋਂ ਟਿੱਕਾ ਕੜਾ ਦੇ ਹੀਰਿਆ ਸੱਜਣਾ ਨਗ ਜੜਵਾ ਦੇ ਪੁੱਛਾਲਾ ਸੱਜਣਾ ਮੰਗਦੀ ਹੁਣੇ ਹਾਰੀ ਅੱਖ ਮੁੰਡਿਆ ਮੈਨੂੰ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ ਸੁਰਮੇ ਦੀ ਸੁਰਮੇ ਦੀ ਸੁਰਮੇ ਦੀ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ। ਹਾੜੀ ਵਿੱਚ ਕੀ ਹਾਰ ਕਰਾ ਦੇ